ਸਤਨਾਮ ਜੀ। ਰਾਗ ਨਾਟ ਨਾਰਾਇਣ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਹਉ ਕਿਆ ਜਾਨਾ ਕਿਆ ਭਾਵੈ, ਮਨ ਪਿਆਸ ਬਹੁਤ ਦਰਸਾਵੈ। ਰਾਮ ਹਉ ਕਿਆ ਜਾਨਾ ਕਿਆ ਭਾਵੈ, ਮਨ ਪਿਆਸ ਬਹੁਤ ਦਰਸਾਵੈ। ਰਹਾਉ ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵੈ। ਕਿਰਪਾ ਕਰਹੁ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੁਧ ਧਿਆਵੈ। ਕਵਨ ਜੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰੀਝਾਵੈ। ਸੋਈ ਜਨ ਸੋਈ ਨਿਜ ਭਗਤਾ, ਜਿਸ ਉਪਰ ਰੰਗ ਲਾਵੈ। ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਖ ਨਾ ਪ੍ਰਭ ਬਿਸਰਾਵੈ। ਸੰਤ ਸੰਗ ਲਗ ਇਹੋ ਸੁਖ ਪਾਇਓ, ਹਰ ਗੁਣ ਸਦ ਹੀ ਗਾਵੈ। ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਛ ਆਨ ਨਾ ਦ੍ਰਿਸ਼ਟਾਵੈ। ਕਹੁ ਨਾਨਕ ਮੂਰਛਾ ਗੁਰ ਲਾਹਿਓ, ਤਹ ਭਗਰਭ ਜੋਨ ਕਹਿ ਆਵੈ। ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਛ ਆਨ ਨਹੀਂ ਦ੍ਰਿਸ਼ਟਾਵੈ। ਕਹੁ ਨਾਨਕ ਮੂਰਛਾ ਗੁਰ ਲਾਹਿਓ, ਤਹ ਗਰਭ ਜੋਨ ਕਹਿ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੇ ਹੋ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ, ਭਾਗਾਂ ਵਾਲੇ ਹੋ। ਸਤਿਗੁਰੂ ਜੀ ਨੇ ਬਹੁਤ ਅਪਾਰ ਕਿਰਪਾ ਕੀਤੀ ਹੈ। ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਗੁਰਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ।
ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਉਪਦੇਸ਼ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਰਾਮ ਹਉ ਕਿਆ ਜਾਣਾ ਕਿਆ ਪਾਵੈ, ਮਨ ਪਿਆਸ ਬਹੁਤ ਦਰਸਾਵੈ। ਰਾਮ ਉਸ ਪ੍ਰਮਾਤਮਾ ਨੂੰ ਕਿਹਾ ਹੈ। ਰਾਮ ਇੱਥੇ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ। ਰਾਮ ਦਾ ਅਰਥ ਹੈ ਪ੍ਰਮਾਤਮਾ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਰਾਗ ਸਾਰੰਗ ਵਿੱਚ ਇੱਕ ਬਚਨ ਹੈ, ਜਪ ਮਨ ਸ੍ਰੀ ਰਾਮ। ਅੱਗੇ ਬਚਨ ਹੈ ਰਾਮ ਰਮਤ ਰਾਮ। ਜਪ ਮਨ ਸ੍ਰੀ ਰਾਮ, ਰਾਮ ਰਮਤ ਰਾਮ। ਸਤ ਸਤ ਰਾਮ ਬੋਲੋ ਪਈਆ, ਸਦ ਰਾਮ ਰਾਮ, ਰਾਮ ਰਵ ਰਹਾ ਸਰਬੱਗੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਰਾਮ ਸ਼ਬਦ ਦਾ ਅਰਥ ਵੀ ਕਰ ਦਿੱਤਾ। ਜੇ ਇਹ ਕਿਹਾ ਕਿ ਹੇ ਮਨ, ਉਸ ਸ੍ਰੀ ਰਾਮ ਦਾ ਜਪ ਨਾਲ ਇਹ ਵੀ ਦੱਸ ਦਿੱਤਾ ਕਿ ਕਿਹੜਾ ਰਾਮ। ਜਪ ਮਨ ਸ੍ਰੀ ਰਾਮ, ਰਾਮ ਰਮਤ ਰਾਮ। ਸਤ ਸਤ ਰਾਮ, ਉਹ ਰਾਮ ਜਿਹੜਾ ਹਮੇਸ਼ਾ ਹੈ, ਜਿਹੜਾ ਸਦੀਵੀ ਹੈ, ਜਿਹੜਾ ਸਤ ਹੈ, ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ, ਅਗਾਂਹ ਵੀ ਹੋਏਗਾ। ਰਾਮ ਰਵ ਰਿਹਾ ਸਰਬੱਗੇ। ਫਿਰ ਉਹ ਰਾਮ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ਰਾਮ ਜਪਣ ਦੀ ਗੱਲ ਹੈ, ਉੱਥੇ ਰਮੇ ਹੋਏ ਰਾਮ ਪਰਮਾਤਮਾ ਬਾਰੇ ਸਾਨੂੰ ਕਿਹਾ ਗਿਆ ਹੈ। ਲੇਕਿਨ ਜਿੱਥੇ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਦੀ ਬਾਤ ਹੈ, ਉੱਥੇ ਵੀ ਸਪਸ਼ਟ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਇੱਥੇ ਦਸ਼ਰਥ ਦੇ ਪੁੱਤਰ ਰਾਮ ਜੀ ਦੀ ਗੱਲ ਹੈ। ਜਾਂ ਮਨ ਮਹਿ ਝੂਰੈ ਰਾਮਚੰਦ, ਸੀਤਾ ਲక్ష్మణ ਜੋ। ਜਾਂ ਰਾਮ ਝੁਰੈ ਦਲ ਮੇਲਵੈ, ਅੰਤਰ ਬਲ ਅਧਿਕਾਰ। ਇੱਥੇ ਰਾਮ ਉਹ ਹੈ ਦਸ਼ਰਥ ਦੇ ਪੁੱਤਰ ਰਾਮਚੰਦਰ। ਜਾਂ ਫਿਰ ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ। ਇੱਥੇ ਵੀ ਰਾਮਚੰਦਰ ਜੀ ਦੇ ਪੁੱਤਰ। ਸੋ ਸਿੱਖ ਨੇ ਵਿਚਾਰਵਾਨ ਬਣਨਾ। ਸਿੱਖ ਦੀ ਜੋ ਮਤ ਹੈ, ਸਿੱਖ ਦੀ ਜੋ ਬੁੱਧੀ ਹੈ, ਉਹ ਹੰਸ ਵਾਲੀ ਹੋਣੀ ਚਾਹੀਦੀ ਹੈ। ਗੁਰਬਾਣੀ ਵਿੱਚ ਸਿੱਖ ਨੂੰ ਹੰਸ ਕਿਹਾ ਹੈ। ਹੰਸ, ਸਿੱਖ ਹੰਸ ਹੈ। ਸਿੱਖ ਨੂੰ ਹੰਸ ਕਿਹਾ ਹੈ। ਹੰਸ ਜਦੋਂ ਦੁੱਧ ਵਿੱਚ ਚੁੰਝ ਮਾਰਦਾ ਹੈ ਤਾਂ ਪਾਣੀ ਅਲੱਗ ਕਰ ਦਿੰਦਾ ਹੈ, ਦੁੱਧ ਅਲੱਗ ਕਰ ਦਿੰਦਾ ਹੈ। ਉਹ ਦੁੱਧ ਪੀ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਇਸੇ ਤਰ੍ਹਾਂ ਸਿੱਖ ਵਿਚਾਰ ਦੀ ਚੁੰਝ ਮਾਰ ਕੇ, ਗੁਰੂ ਮਤ ਦੀ ਚੁੰਝ ਮਾਰ ਕੇ, ਮਨ ਮਤ ਤੇ ਗੁਰਮਤ ਦਾ ਨਖੇੜਾ ਕਰ ਦਿੰਦਾ ਹੈ। ਸਤਿਗੁਰੂ ਜੀ ਨੇ ਬੜੇ ਸੁੰਦਰ ਬਚਨ ਸਾਨੂੰ ਸਮਝਾਏ ਹਨ। ਮਹਾਰਾਜ ਕਹਿੰਦੇ ਹਨ, ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ, ਸੇ ਹੰਸਲੇ ਨਾਮ ਲਹਨ।
ਸਿੱਖ ਹੰਸ ਹੰਸ। ਅਸੀਂ ਹੰਸ ਬਿਰਤੀ ਰੱਖ ਕੇ ਬਾਣੀ ਪੜ੍ਹਨੀ ਹੈ, ਹੰਸ ਬਿਰਤੀ ਰੱਖ ਕੇ ਬਾਣੀ ਦੀ ਵਿਚਾਰ ਕਰਨੀ ਹੈ, ਤਾਂ ਕਿ ਅਸੀਂ ਕਿਤੇ ਟਪਲਾ ਨਾ ਖਾਈਏ, ਕਿਤੇ ਗਲਤੀ ਨਾ ਖਾ ਜਾਈਏ, ਕੋਈ ਸਾਨੂੰ ਭਰਮ ਵਿੱਚ ਨਾ ਪਾ ਸਕੇ। ਸਤਿਗੁਰੂ ਰਾਮਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਬਚਨ ਜੋ ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤੇ ਸਨ, ਅੱਜ ਤੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆਰੰਭ ਨੇ। ਤੇ ਬਚਨ ਮਹਾਰਾਜ ਨੇ ਇੱਥੋਂ ਆਰੰਭ ਕੀਤਾ, ਰਾਮ ਹਉ ਕਿਆ ਜਾਨਾ ਕਿਆ ਭਾਵ ਹੈ। ਹੇ ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਜੀ, ਮੈਂ ਕੀ ਜਾਣਾ ਕਿ ਤੈਨੂੰ ਕੀ ਪਾਉਂਦਾ ਹੈ। ਮੈਂ ਕਿਹੜਾ ਇਹੋ ਜਿਹਾ ਕਰਮ ਕਰਾਂ ਕਿ ਤੈਨੂੰ ਚੰਗਾ ਲੱਗੇ, ਕਿਹੜਾ ਇਹੋ ਜਿਹਾ ਕਰਮ ਕਰਾਂ ਕਿ ਤੈਨੂੰ ਪ੍ਰਵਾਨ ਹੋ ਜਾਏ। ਮਨ ਪਿਆਸ ਬਹੁਤ ਦਰਸਾਵ ਹੈ, ਤੇਰੇ ਦਰਸ਼ਨਾਂ ਦੀ ਮੇਰੇ ਮਨ ਵਿੱਚ ਬਹੁਤ ਪਿਆਸ ਹੈ, ਬਹੁਤ ਤੰਗ ਹੈ, ਬਹੁਤ ਤੀਵਰ ਇੱਛਾ ਹੈ ਕਿ ਤੈਨੂੰ ਮਿਲਾਂ, ਤੇਰਾ ਦਰਸ਼ਨ ਕਰਾਂ। ਸਤਿਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਹਨ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ, ਜਿਉ ਤ੍ਰਿਖਾਵੰਤ ਬਿਨ ਨੀਰ। ਜਿਵੇਂ ਕੋਈ ਪਿਆਸਾ ਪਾਣੀ ਤੋਂ ਬਿਨਾਂ ਤੜਫਦਾ ਹੈ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਤੜਫਦਾ ਹਾਂ। ਲੇਕਿਨ ਕੀ ਇਹੋ ਜਿਹਾ ਕੁਝ ਕਰਾਂ ਕਿ ਰੱਬ ਦਾ ਦਰਸ਼ਨ ਹੋ ਜਾਏ, ਪਰਮਾਤਮਾ ਦਾ ਦਰਸ਼ਨ ਹੋ ਜਾਏ। ਮੈਂ ਕਿਹੜੀ ਇਹੋ ਜਿਹੀ ਜੁਗਤ ਕਰਾਂ, ਕਿਹੜਾ ਇਹੋ ਜਿਹਾ ਕਰਮ ਧਰਮ ਕਰਾਂ ਕਿ ਪਰਮਾਤਮਾ ਨੂੰ ਭਾ ਜਾਵਾਂ, ਪਰਮਾਤਮਾ ਨੂੰ ਚੰਗਾ ਲੱਗਾ, ਪਰਮਾਤਮਾ ਦਾ ਦਰਸ਼ਨ ਹੋ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਚੂਹੜ ਕਾਣੇ ਜੰਗਲ ਦੇ ਵਿੱਚੋਂ ਲੰਘ ਰਹੇ ਸਨ, ਤਾਂ ਮਹਾਰਾਜ ਨੇ ਦੇਖਿਆ ਕਿ ਬਹੁਤ ਸਾਰੇ ਸਾਧੂ ਜੰਗਲ ਵਿੱਚ ਬੈਠੇ ਹਨ। ਮਹਾਰਾਜ ਕੀ ਦੇਖਦੇ ਨੇ? ਇਹ ਸਾਰੇ ਸਾਧੂ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ, ਪਰਮਾਤਮਾ ਦੇ ਦਰਸ਼ਨਾਂ ਦੀ ਸਿੱਖ ਪਿਆਸ ਰੱਖ ਕੇ ਵੱਖ-ਵੱਖ ਸਾਧਨ ਤਪੱਸਿਆ ਕਰ ਰਹੇ ਹਨ। ਕੋਈ ਮੋਨੀ ਬਣ ਕੇ ਬੈਠਾ ਹੈ, ਕੋਈ ਠੰਡੇ ਪਾਣੀ ਵਿੱਚ ਬੈਠਾ ਹੈ, ਕਿਸੇ ਨੇ ਸਿਰ ਤੇ ਜਟਾਵਾਂ ਵਧਾਈਆਂ ਹੋਈਆਂ ਹਨ। ਇਸ ਤਰ੍ਹਾਂ ਵੱਖ-ਵੱਖ ਸਾਧਨਾਂ ਦੇ ਵਿੱਚ ਲੱਗੇ ਹੋਏ ਨੇ। ਕੋਈ ਸਾਧੂ ਸੋਚਦਾ ਹੈ ਕਿ ਜੇ ਮੈਂ ਸਮਾਧੀ ਲਾ ਕੇ ਬੈਠਾਂਗਾ ਖਬਰੇ ਰੱਬ ਮਿਲ ਜਾਏਗਾ। ਕਿਸੇ ਨੇ ਸੋਚਿਆ ਜੇ ਮੈਂ ਉਨੀਂਦਰਾ ਰਹਾਂਗਾ, ਸੌਵਾਂਗਾ ਨਹੀਂ, ਮੈਨੂੰ ਫਿਰ ਰੱਬ ਮਿਲ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਸਾਧੂਆਂ ਨੂੰ ਦੇਖਿਆ, ਉਹਨਾਂ ਦੀਆਂ ਸਾਧਨਾਵਾਂ ਦੇਖੀਆਂ, ਤੇ ਸੱਚੇ ਪਾਤਸ਼ਾਹ ਜੀ ਨੂੰ ਤਰਸ ਆਇਆ। ਗਰੀਬ ਨਿਵਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਰਸ ਆਇਆ ਉਹਨਾਂ ਤੇ। ਇਹ ਸਾਧੂ ਨੇ, ਇਹਨਾਂ ਨੇ ਘਰ-ਬਾਰ ਛੱਡਿਆ, ਇਹ ਦੁਨੀਆ ਦੇ ਸੁੱਖ ਛੱਡ ਕੇ ਇੱਥੇ ਆਣ ਕੇ ਬੈਠੇ ਨੇ, ਰੱਬੀ ਮਿਲਾਪ ਦੀ ਤਾਂਘ ਰੱਖ ਕੇ ਇਹ ਸਾਧਨਾਵਾਂ ਕਰ ਰਹੇ ਨੇ, ਪਰ ਵਿਚਾਰੇ ਭੁੱਲੇ ਹੋਏ ਨੇ। ਇਹਨਾਂ ਨੂੰ ਪਤਾ ਨਹੀਂ ਕਿ ਰੱਬ ਨੂੰ ਕੀ ਚੰਗਾ ਲੱਗਦਾ ਹੈ। ਸਾਡੇ ਸਤਿਗੁਰੂ ਜੀ ਕਿੱਡੀ ਅਪਾਰ ਬਖਸ਼ਿਸ਼ ਕਰਦੇ ਨੇ। ਉਹ ਇਹ ਵੀ ਦੱਸਦੇ ਨੇ ਕਿ ਰੱਬ ਨੂੰ ਚੰਗਾ ਕੀ ਲੱਗਦਾ ਹੈ, ਪਰਮਾਤਮਾ ਨੂੰ ਕੀ ਪਾਉਂਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੂਹੜ ਕਾਣੇ ਜੰਗਲ ਦੇ ਵਿੱਚ ਜਾ ਕੇ ਉਹਨਾਂ ਸਾਧੂਆਂ ਨੂੰ ਮੁਖਾਤਬ ਹੋ ਕੇ ਜਿਹੜਾ ਉਪਦੇਸ਼ ਦਿੱਤਾ ਸੀ, ਉਹ ਬਕਾਇਦਾ ਮਲਹਾਰ ਰਾਗ ਦੀ ਵਾਰ ਵਿੱਚ ਸੁਭਾਏਮਾਨ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਇੱਕ ਵਣ ਖੰਡ ਬੈਸਹਿ ਜਾਏ ਸਾਧਨਾ ਦੇਵੀ। ਇੱਕ ਉਹ ਲੋਕ ਜਿਹੜੇ ਜੰਗਲ ਦੇ ਕਿਸੇ ਗੋਸ਼ੇ ਵਿੱਚ ਜਾ ਕੇ ਬੈਠ ਜਾਂਦੇ ਹਨ ਤੇ ਬੋਲਦੇ ਨਹੀਂ, ਚੁੱਪ ਮੋਨੀ ਬਣ ਕੇ ਬੈਠ ਜਾਂਦੇ ਹਨ। ਉਹ ਸੋਚਦੇ ਹਨ ਮੋਨੀ ਬਣ ਕੇ ਰੱਬ ਮਿਲ ਜਾਣਾ ਹੈ। ਇੱਕ ਵਣ ਖੰਡ ਬੈਸਹਿ ਜਾਏ ਸਾਧਨਾ ਦੇਵੀ।
ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵੀ। ਤੇ ਇੱਕ ਉਹ ਲੋਕ ਜਿਹੜੇ ਪਾਲੇ ਦੀ ਰੁੱਤ ਵਿੱਚ, ਸਰਦੀ ਦੀ ਰੁੱਤ ਵਿੱਚ ਕੱਕਰ ਭੰਨ ਕੇ, ਬਰਫ਼ ਭੰਨ ਕੇ ਪੂਰੇ ਠੰਡੇ ਪਾਣੀ ਦੇ ਵਿੱਚ ਬੈਠਦੇ ਹਨ। ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵੀ। ਇੱਕ ਸਰਦੀ ਦੀ ਰੁੱਤ ਤੇ ਦੂਸਰਾ ਪਾਣੀ ਵੀ ਉਹ ਜਿਹੜਾ ਬਰਫ਼ ਭੰਨ ਕੇ ਬਣਾਇਆ ਹੋਇਆ, ਇੰਨਾ ਠੰਡਾ ਪਾਣੀ। ਉਹ ਸੋਚਦੇ ਨੇ ਖਬਰਿਆ ਠੰਡੇ ਪਾਣੀ ਵਿੱਚ ਬੈਠਿਆਂ ਪਰਮਾਤਮਾ ਮਿਲ ਜਾਣਾ ਹੈ। ਫਿਰ ਮਹਾਰਾਜ ਕਹਿੰਦੇ ਹਨ, ਇੱਕ ਵਣ ਖੰਡ ਬੈਸਹਿ ਜਾਏ ਸਾਧਨਾ ਦੇਵੀ। ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵੀ। ਇੱਕ ਭਸਮ ਚੜਾਵੇਂ ਅੰਗ ਮੈਲ ਨਾ ਧੋਵੀ। ਇੱਕ ਉਹ ਜਿਹੜੇ ਇਸ਼ਨਾਨ ਹੀ ਨਹੀਂ ਕਰਦੇ, ਸਰੀਰ ਦੇ ਉੱਪਰ ਮੈਲ ਚੜੀ ਹੋਈ ਹੈ, ਸਰੀਰ ਉੱਤੇ ਵਿਭੂਤੀ ਮਲ ਲੈਂਦੇ ਹਨ। ਉਹ ਸੋਚਦੇ ਨੇ ਵੀ ਖਬਰਿਆ ਰੱਬ ਇੱਦਾਂ ਹੀ ਮਿਲ ਜਾਣਾ ਹੈ, ਇਸ਼ਨਾਨ ਨਾ ਕੀਤਿਆਂ ਮਿਲ ਜਾਣਾ ਹੈ, ਸਰੀਰ ਤੇ ਵਿਭੂਤੀ ਖਾਕ ਮਲਿਆਂ ਪਰਮਾਤਮਾ ਮਿਲ ਜਾਣਾ ਹੈ। ਫਿਰ ਮਹਾਰਾਜ ਕਹਿੰਦੇ ਨੇ ਕਿ ਜਟਾਂ ਬਿਕਟ ਬਿਕਰਾਲ ਕੁਲ ਘਰ ਖੋਵਹੀ। ਇੱਕ ਉਹ ਜਿਨ੍ਹਾਂ ਨੇ ਸਿਰ ਦੇ ਉੱਪਰ ਬੜੀਆਂ ਡਰਾਉਣੀਆਂ ਜਟਾਂ ਬਣਾਈਆਂ ਹੋਈਆਂ ਨੇ, ਉਹਨਾਂ ਨੇ ਆਪਣੀ ਕੁਲ, ਆਪਣਾ ਘਰ ਸਭ ਕੁਝ ਖੋ ਲਿਆ ਹੈ, ਵਿਅਰਥ ਗਵਾ ਲਿਆ ਹੈ। ਜਟਾਵਾਂ ਰੱਖਣ ਨਾਲ ਕੋਈ ਰੱਬ ਥੋੜ੍ਹਾ ਮਿਲੇਗਾ, ਪਰਮਾਤਮਾ ਥੋੜ੍ਹਾ ਮਿਲੇਗਾ। ਫਿਰ ਮਹਾਰਾਜ ਨੇ ਆਖਿਆ ਕਿ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋਵੇ। ਇੱਕ ਉਹ ਜਿਹੜੇ ਨਗਨ ਫਿਰਦੇ ਸਨ, ਵਸਤਰ ਹੀ ਨਹੀਂ ਪਾਉਂਦੇ, ਸੌਂਦੇ ਨਹੀਂ, ਉਣੀਂਦਰੇ ਰਹਿੰਦੇ ਹਨ। ਉਹ ਸੋਚਦੇ ਨੇ ਵਸਤਰ ਨਾ ਪਾਇਆ, ਨਗਨ ਰਿਹਾ, ਉਣੀਂਦਰੇ ਰਿਹਾ, ਰੱਬ ਮਿਲ ਜਾਣਾ ਹੈ। ਉਹਨਾਂ ਦੀ ਇਹ ਵਿਚਾਰ ਸੀ। ਮਹਾਰਾਜ ਕਹਿੰਦੇ ਹਨ, ਇੱਕ ਅਗਨ ਜਲਾਵੇ ਅੰਗ ਆਪ ਵਿਗੋਵਹੀ। ਇੱਕ ਉਹ ਜਿਹੜੇ ਜਿਉਂਦੇ ਜੀ ਅੱਗ ਵਿੱਚ ਸੜ ਜਾਂਦੇ ਸਨ, ਆਪਣੇ ਆਲੇ ਦੁਆਲੇ ਧੂਣੀਆਂ ਤਪਾ ਲੈਂਦੇ ਸੀ, ਸੇਕ ਵਿੱਚ ਰਹਿੰਦੇ ਸੀ। ਹਰੇਕ ਦਾ ਆਪੋ ਆਪਣਾ ਵਿਚਾਰ ਹੈ। ਕਿਸੇ ਨੇ ਸੋਚਿਆ ਰੱਬ ਇੱਦਾਂ ਮਿਲੇਗਾ, ਕਿਸੇ ਨੇ ਸੋਚਿਆ ਰੱਬ ਉੱਦਾਂ ਮਿਲੇਗਾ, ਹਰੇਕ ਦੇ ਆਪੋ ਆਪਣੇ ਵਿਚਾਰ। ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੱਸਿਆ ਕਿ ਸੱਜਣੋ, ਰੱਬ ਇੱਦਾਂ ਨਹੀਂ ਮਿਲਦਾ। ਰੱਬ ਕਿਵੇਂ ਮਿਲਦਾ ਉਹ ਦੱਸਿਆ। ਸਾਹਿਬ ਦੇ ਬਚਨ ਨੇ, ਇੱਕ ਵਣਖੰਡ ਬੈਸਹਿ ਜਾਏ ਸਾਧਨਾ ਦੇਵੀ। ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵੀ। ਇੱਕ ਭਸਮ ਚੜਾਵੇਂ ਅੰਗ ਮੈਲ ਨਾ ਧੋਵਹੀ। ਇੱਕ ਜਟਾਂ ਬਿਕਟ ਬਿਕਰਾਲ ਕੁਲ ਘਰ ਖੋਵਹੀ। ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋਵਹੀ। ਇੱਕ ਅਗਨ ਜਲਾਵੇਂ ਅੰਗ ਆਪ ਵਿਗੋਵਹੀ। ਸੋਹਨ ਖਸਮ ਦੁਆਰ ਜੇ ਸਤਿਗੁਰ ਸੇਵੀ। ਵਿਣ ਨਾਵੇਂ ਤਨ ਛਾਰ ਕਿਆ ਕਹਿ ਰੋਵਹੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਜਿਹੜੇ ਭਾਈ ਸਤਿਗੁਰੂ ਨੂੰ ਸੇਵਦੇ ਹਨ, ਜਿਹੜੇ ਸਤਿਗੁਰੂ ਦੇ ਅਨੁਸਾਰੀ ਜੀਵਨ ਬਣਾ ਲੈਂਦੇ ਹਨ, ਉਹ ਮਾਲਕ ਦੇ ਦਰ ਤੇ ਸ਼ੋਭਾ ਪਾਉਂਦੇ ਹਨ, ਉਹ ਪਰਮੇਸ਼ਰ ਦੇ ਦੁਆਰੇ ਤੇ ਮਾਣ ਪਾਉਂਦੇ ਹਨ। ਕਿਉਂਕਿ ਸਤਿਗੁਰੂ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਤੇ ਨਾਮ ਤੋਂ ਬਿਨਾਂ ਸਿਰ ਤੇ ਸਵਾਹ ਹੀ ਪੈਂਦੀ ਹੈ। ਨਾਮ ਤੋਂ ਬਿਨਾਂ ਮਨੁੱਖ ਦੇ ਪੱਲੇ ਕੱਖ ਨਹੀਂ ਪੈਂਦਾ। ਨਾਮ ਹੈ ਜਿਹੜਾ ਸਾਨੂੰ ਪਰਮਾਤਮਾ ਤੱਕ ਲੈ ਜਾ ਸਕਦਾ ਹੈ, ਤੇ ਨਾਮ ਦਾ ਦਾਤਾ ਸਤਿਗੁਰੂ ਹੈ, ਉਹ ਪਰਮੇਸ਼ਰ ਵਾਹਿਗੁਰੂ ਹੈ। ਇਸ ਲਈ ਮਹਾਰਾਜ ਕਹਿੰਦੇ ਹਨ, ਸਤਿਗੁਰੂ ਤੋਂ ਬਿਨਾਂ ਮੈਂ ਇਹ ਨਹੀਂ ਜਾਣ ਸਕਦਾ ਕਿ ਰੱਬ ਨੂੰ ਕੀ ਪਾਉਂਦਾ ਹੈ, ਪਰਮਾਤਮਾ ਨੂੰ ਕੀ ਪਾਉਂਦਾ ਹੈ। ਸਤਿਗੁਰੂ ਹੀ ਹੈ ਜਿਹੜਾ ਸਾਨੂੰ ਦੱਸੇਗਾ ਕਿ ਰੱਬ ਨੂੰ ਕੀ ਪਾਉਂਦਾ ਹੈ, ਰੱਬ ਨੂੰ ਕੀ ਚੰਗਾ ਲੱਗਦਾ ਹੈ। ਅਸੀਂ ਆਸਾ ਕੀ ਵਾਰ ਵਿੱਚ ਵੀ ਕਈ ਵਾਰ ਬਚਨ ਪੜ੍ਹਦੇ ਹਾਂ, ਸੁਣਦੇ ਹਾਂ। ਅਸੀਂ ਆਪੋ ਆਪਣੇ ਸਾਧਨ ਬਣਾਏ ਹੋਏ ਨੇ ਕਿ ਇੱਦਾਂ ਕਰਾਂਗੇ ਖਬਰਿਆ ਰੱਬ ਖੁਸ਼ ਹੋ ਜਾਏਗਾ, ਉੱਦਾਂ ਕਰਾਂਗੇ ਖਬਰਿਆ ਰੱਬ ਖੁਸ਼ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਾਰੇ ਕਰਮ ਕਾਂਡਾਂ ਦਾ ਵੱਡੇ ਪੱਧਰ ਤੇ ਖੰਡਨ ਕੀਤਾ ਹੈ। ਲਿਖ ਲਿਖ ਪੜ੍ਹਿਆ, ਤੇਤਾ ਕੜਿਆ, ਬਹੁ ਤੀਰਥ ਭਵਿਆ, ਤੇਤੋ ਲਵਿਆ, ਬਹੁ ਭੇਖ ਕੀਆ, ਦੇਹੀ ਦੁਖ ਦੀਆ, ਸੋਹਵੇ ਜੀਆ ਆਪਣਾ ਕੀਆ।
ਅੰਨ ਨਾ ਖਾਇਆ, ਸਾਧ ਗਵਾਇਆ, ਬਹੁ ਦੁਖ ਪਾਇਆ, ਦੂਜਾ ਪਾਇਆ। ਬਸਤਰ ਨਾ ਪਹਿਰੈ, ਅਹਨਿਸ ਕਹਿਰੈ, ਮੋਨ ਵਿਗੁੱਤਾ, ਕਿਉਂ ਜਾਗੈ ਗੁਰ ਬਿਨ ਸੁੱਤਾ। ਪੱਗੋਂ ਪੇਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੈ ਪਤ ਗਵਾਈ। ਵਿਣ ਨਾਵੈ ਕਿਛ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ। ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇਸੇ ਤੇ ਨਿਹ ਕੇਵਲ, ਹੋਮੈ ਸ਼ਬਦ ਜਲਾਏ। ਸਤਿਗੁਰੂ ਜੀ ਨੇ ਸਾਰੇ ਕਰਮ ਕਾਂਡਾਂ ਦਾ ਖੰਡਨ ਕਰਕੇ ਸਾਨੂੰ ਆਖਰ ਤੇ ਇਹੀ ਸਮਝਾਇਆ ਕਿ ਰੱਬੀ ਮਿਲਾਪ ਦਾ ਰਾਹ ਹੈ ਪ੍ਰਮਾਤਮਾ ਦਾ ਨਾਮ। ਵਿਣ ਨਾਵੈ ਕਿਛ ਥਾਏ ਨਾ ਪਾਈ, ਪਰ ਨਾਮ ਮਿਲਣਾ ਹੈ ਸਤਿਗੁਰੂ ਦੇ ਕੋਲ। ਬਸ ਰੱਬ ਨੂੰ ਇਹੀ ਪਾਉਂਦਾ ਹੈ, ਰੱਬ ਨੂੰ ਇਹੀ ਚੰਗਾ ਲੱਗਦਾ ਹੈ। ਸੁਖਮਨੀ ਸਾਹਿਬ ਦਾ ਬਚਨ ਆਪ ਜੀ ਨੇ ਬਹੁਤ ਵੇਰਾ ਸਰਵਣ ਕੀਤਾ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਕੋਈ ਕਿਸੇ ਮੰਤਰ ਦਾ ਜਪ ਕਰੇ, ਕੋਈ ਤਪ ਸਾਧਨਾ ਕਰੇ, ਕੋਈ ਗਿਆਨ ਧਿਆਨ ਆਦਿਕ ਵੀ ਕਰਦਾ ਕਰੇ, 6 ਸ਼ਸਤਰਾਂ ਦਾ ਵਕਤਾ ਵੀ ਬਣ ਜਾਵੇ। ਮਹਾਰਾਜ ਕਹਿੰਦੇ ਹਨ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਯੋਗਾ ਅਭਿਆਸ ਵੀ ਕਰੇ, ਜੋ ਕਰਮ ਧਰਮ ਦੀ ਕਿਰਿਆ ਹੈ ਉਹ ਵੀ ਕਰੇ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਸਭ ਕੁਝ ਛੱਡ ਕੇ ਜੰਗਲ ਵਿੱਚ ਵੀ ਤੁਰਿਆ ਫਿਰਦਾ ਹੋਵੇ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ। ਪਰ ਆਖਰ ਤੇ ਬਚਨ ਕਿਹਾ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦੇ ਸਦਰਸ ਕੁਛ ਵੀ ਨਹੀਂ ਹੈ, ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਜੇ ਅਸੀਂ ਗੁਰੂ ਵਾਲੇ ਬਣ ਕੇ, ਗੁਰੂ ਦੇ ਅਨੁਸਾਰੀ ਜੀਵਨ ਬਣਾ ਕੇ ਇੱਕ ਵੇਰਾ ਵੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰ ਦਿੰਦੇ ਹਾਂ, ਗੁਰਮਤੀਏ ਬਣ ਕੇ ਇੱਕ ਵੇਰਾ ਵੀ ਅਸੀਂ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਕਹਿ ਦਿੰਦੇ ਹਾਂ, ਉਹਦੇ ਅੱਗੇ ਸਾਰੇ ਕਰਮ ਕਾਂਡ ਫਿੱਕੇ ਪੈ ਜਾਂਦੇ, ਸਾਰੇ ਕਰਮ ਕਾਂਡ ਤੁੱਛ ਰਹਿ ਜਾਂਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਸਾਨੂੰ ਇਹੀ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਹਨ ਭਾਈ, ਅਸੀਂ ਜੋ ਮਰਜ਼ੀ ਕਰਦੇ ਫਿਰੀਏ ਉਸ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੋ ਵਿਧੀ ਸਾਨੂੰ ਸਤਿਗੁਰੂ ਜੀ ਦਰਸਾਉਂਦੇ ਹਨ, ਜਦੋਂ ਅਸੀਂ ਉਹ ਅਪਣਾਵਾਂਗੇ ਤੇ ਸਾਨੂੰ ਮਾਲਕ ਦੀ ਪ੍ਰਾਪਤੀ ਸੁਭਾਵਿਕ ਹੀ ਹੋ ਜਾਵੇਗੀ। ਆਓ ਬੜੇ ਪਿਆਰ ਦੇ ਨਾਲ ਅੱਜ ਦੇ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ। ਸਤਿਕਾਰ ਨਾਲ ਸਰਬੱਤ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਨਟ ਨਾਰਾਇਣ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਨਟ ਨਾਰਾਇਣ ਵਿੱਚ ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ, ਮੰਗਲ ਕਰਦੇ ਨੇ। ਪਰਮੇਸ਼ਰ ਵਾਹਿਗੁਰੂ ਇੱਕ ਹੈ, ਸਦਾ ਸਥਿਰ ਰਹਿਣ ਵਾਲਾ, ਸਰਬ ਵਿਆਪਕ ਹੈ, ਸਦੀਵੀ ਹੈ, ਸਤ ਹੈ। ਉਸ ਦੀ ਪ੍ਰਾਪਤੀ ਗੁਰੂ ਕਿਰਪਾ ਦੁਆਰਾ ਹੈ ਜੀ। ਰਾਮ ਹਉ ਕਿਆ ਜਾਣਾ ਕਿਆ ਭਾਵੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਹਨ, ਰਾਮ ਹਉ ਕਿਆ ਜਾਣਾ ਕਿਆ ਭਾਵੈ। ਹੇ ਰਮੇ ਹੋਏ ਰਾਮ ਜੀ, ਪਰਮੇਸ਼ਰ ਵਾਹਿਗੁਰੂ ਜੀ, ਮੈਂ ਕੀ ਜਾਣਾ ਕਿ ਤੈਨੂੰ ਕੀ ਪਾਉਂਦਾ ਹੈ, ਮੈਨੂੰ ਕੀ ਪਤਾ ਤੈਨੂੰ ਕੀ ਚੰਗਾ ਲੱਗਦਾ ਹੈ। ਤੂੰ
किस कर्म ते खुश हुंदा है, मैं की इहो जिहा करां कि तेरी खुशी मिल जाए, तेरी प्रसन्नता मिल जाए। इस तरह महाराज किरपा करदे ਹਨ। मन प्यास बहुत दरसावे। महाराज कहते ने मेरे मन विच बहुत प्यास है तेरे दर्शनां दी, मन प्यास बहुत दरसावे। तेरे दर्शन करन दी मेरे मन विच बहुत प्यास है, पर मैनू ਇਹ ਕਿਵੇਂ ਪਤਾ ਲੱਗੇ कि ਤੈਨੂੰ ਕੀ ਚੰਗਾ ਲੱਗਦਾ ਹੈ, ਕੀ ਕੀਤਿਆਂ ਤੇਰਾ ਦਰਸ਼ਨ ਹੋ ਸਕਦਾ ਹੈ, ਇਹ ਮੈਨੂੰ ਕਿਵੇਂ ਪਤਾ ਲੱਗੇ। ਮੇਰੇ ਅੰਦਰ ਤੜਫ ਬਹੁਤ ਜ਼ਿਆਦਾ ਹੈ। ਐਸੇ ਸ਼ਬਦ ਗੁਰਬਾਣੀ ਵਿੱਚ ਬੇਅੰਤ ਥਾਵੇਂ ਹਨ। ਬਾਬਾ ਕਬੀਰ ਜੀ ਦਾ ਕਿੰਨਾ ਸੁੰਦਰ ਬਚਨ ਹੈ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇਵ ਸਾਸਾ, ਉਰ ਨਾ ਭੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਜਿਨ੍ਹਾਂ ਦੇ ਅੰਦਰ ਰੱਬੀ ਮਿਲਾਪ ਦੀ ਤਾਂਘ ਹੈ, ਐਸੇ ਬਚਨ ਉਹਨਾਂ ਮਹਾਂਪੁਰਖਾਂ ਦੀ ਰਸਨਾ ਤੋਂ ਆਉਂਦੇ ਹਨ। ਭਗਤ ਰਵਿਦਾਸ ਜੀ ਦੇ ਬਚਨ ਕਦੇ ਪੜ੍ਹੋ। ਭਗਤ ਰਵਿਦਾਸ ਜੀ ਵੀ ਕਹਿੰਦੇ ਹਨ, ਹਮ ਸਰ ਦੀਨ ਦਇਆ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਰ। ਬਹੁਤ ਜਨਮ बिछरे थे माधो, ये जन्म तुम्हारे लेखे। कह रविदास आस लग जीवों, चिन पयो दर्शन देखे। भगत जी कहते ने, हे मालिक जी तेरे दर्शनां दी तांघ रख के जी रहा हाँ, क्योंकि बहुत समा हो गया तेरे दर्शन कीते, बहुत लंबा समा बीत गया, विच गैप बहुत ज़्यादा पै गया, विच समा बहुत ज़्यादा पै गया। हुण मसां किते जाके ये मनुखा जन्म मिलिया है, क्योंकि उसका दर्शन इस मनुखा जन्म विच ही होना है। जन्म तो सारियां कोल है, जन्म तो पशुआं कोल भी है, जन्म पंछियां कोल भी है, जन्म रुखां बिरखां कोल भी है, जन्म पत्थरां कोल भी है, जन्म तो सारियां कोल ही है। पर उस जन्म विच उसका दर्शन नहीं है, उसका दर्शन सिर्फ इस मनुखा जन्म दे विच है। असीं रोजाना बचन पढ़ते हैं, भई प्राप्त मानुख देहरिया, गोबिंद मिलन की ये तेरी बरिया। आ जो मनुखा जन्म है, ये परमात्मा नूं मिलन दी बारी है, परमात्मा नूं मिलन दा समा ये मनुखा जन्म है। इसे करके महाराज समझाउंदे ने, अवर काज तेरा किते ना काम, बिन साध संगत भज केवल नाम। सरंजाम लाग भवजन तरन कै, जन्म बिरथा जात रंग माया कै। महाराज कहते हैं, होर जिहड़े झमेले तू छेड़ के बैठ गया है, वो तेरे किसे काम नहीं आने। ये तेरा मनोरथ नहीं सी। तू मनुखा जन्म दे विच आया, इसका मनोरथ ये नहीं सी कि तू बहुत सारा धन इकट्ठा कर लवें। तेरा मनोरथ ये नहीं सी कि तू वड्डियां वड्डियां पदवियां हासिल कर लवें। तेरा मनोरथ नहीं सी। तेरा मनोरथ सी कि जिस अकाल पुरख वाहिगुरू नालों तू टुटा है, ਉਹਦੇ ਨਾਲ तू मिल जावें। जिस परमात्मा तो तू टुटा है, ਉਹਦੇ ਨਾਲ तू मिल जावें। तेरा मनोरथ ये सी। तू अपने असल मनोरथ नूं भुल गया है, अपने असल लक्ष्य तो खुंझ गया है, अपने असल निशाने तो तू भटक गया है। इसलिए महाराज कहते हैं, इस संसार सागर नूं तरन वास्ते कोई उद्यम वसीला कर, क्योंकि तेरा जन्म माया के रंग विच व्यर्थ जा रहा है। मोह माया दे विच फस के तेरा मनुखा जन्म व्यर्थ जा रहा है। एक वेरा ये बाजी हथों निकल गई, एक वेरा ये मनुखा जन्म हथों निकल गया, मुड़ पता नहीं मिलना है या नहीं मिलना है। इसलिए इस मनुखा जन्म नूं सफल कर, इसनूं मोह माया विच ला के, इसनूं नशियां विशियां विच ला के, इसनूं कुरैतां कुरीतियां विच ला के,
ਇਸ ਨੂੰ ਮਨ ਮੱਤੀਆਂ ਦੇ ਵਿੱਚ ਲਾ ਕੇ ਵਿਅਰਥ ਨਾ ਗਵਾ, ਨਿਸ਼ਫਲ ਨਾ ਕਰ। ਆਪਣੇ ਅੰਦਰ ਉਹ ਤੜਫ ਪੈਦਾ ਕਰ, ਆਪਣੇ ਅੰਦਰ ਉਸ ਮਾਲਕ ਦੇ ਮਿਲਾਪ ਦੀ ਤਾਂਘ ਪੈਦਾ ਕਰ। ਉਹ ਤਾਂ ਹੋਵੇਗੀ ਜੇ ਅਸੀਂ ਸਤ ਸੰਗਤ ਵਿੱਚ ਜੁੜਾਂਗੇ। ਸਤ ਸੰਗਤ ਦੇ ਵਿੱਚ ਜੁੜਿਆਂ ਸਾਡੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਪਰਮਾਤਮਾ ਦੇ ਮਿਲਾਪ ਦੀ ਖਿੱਚ ਪੈਦਾ ਹੁੰਦੀ ਹੈ। ਫਿਰ ਸਾਡੇ ਅੰਦਰ ਉਸ ਮਾਲਕ ਨੂੰ ਮਿਲਣ ਦੀ ਇੱਛਾ ਜਾਗਦੀ ਹੈ। ਤੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਹੇ ਮਾਲਕ ਜੀ, ਮੇਰੇ ਅੰਦਰ ਤੈਨੂੰ ਮਿਲਣ ਦੀ ਤਾਂਘ ਬਹੁਤ ਹੈ, ਪਿਆਸ ਬਹੁਤ ਹੈ, ਪਰ ਮੈਂ ਇਹ ਨਹੀਂ ਜਾਣਦਾ ਕਿ ਤੈਨੂੰ ਮਿਲਾਂ ਕਿਵੇਂ, ਮਿਲਾਂ ਕਿਵੇਂ। ਉਹਦੀ ਪਿਆਸ ਪੈਦਾ ਹੋ ਜਾਣੀ ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪਰਮਾਤਮਾ ਦੇ ਮਿਲਣ ਦੀ ਤਾਂਘ ਸਾਡੇ ਅੰਦਰ ਪੈਦਾ ਹੋ ਜਾਵੇ, ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਕਿਉਂਕਿ ਤਾਂਘ ਤੋਂ ਬਿਨਾਂ ਅਸੀਂ ਚੱਲ ਹੀ ਨਹੀਂ ਸਕਦੇ, ਇੱਛਾ ਤੋਂ ਬਿਨਾਂ ਅਸੀਂ ਉਦਮਸ਼ੀਲ ਹੋ ਹੀ ਨਹੀਂ ਸਕਦੇ। ਜੇ ਸਾਡੇ ਅੰਦਰ ਧਨ ਇਕੱਠਾ ਕਰਨ ਦੀ ਤਾਂਘ ਹੈ, ਅਸੀਂ ਫੇਰ ਹੀ ਉਦਮ ਕਰਾਂਗੇ, ਕੋਈ ਕੰਮ ਕਾਜ ਸ਼ੁਰੂ ਕਰਾਂਗੇ, ਕਿਸੇ ਦੀ ਸਲਾਹ ਲਵਾਂਗੇ, ਕੁਝ ਪੜਾਂਗੇ, ਕੁਝ ਲਿਖਾਂਗੇ, ਫੇਰ ਹੀ ਕਰਾਂਗੇ। ਤੇ ਜੇ ਸਾਡੇ ਅੰਦਰ ਧਨ ਪਦਾਰਥ ਇਕੱਠਾ ਕਰਨ ਦੀ ਤਾਂਘ ਹੀ ਨਹੀਂ, ਅਸੀਂ ਤੇ ਘਰੋਂ ਹੀ ਨਹੀਂ ਨਿਕਲਾਂਗੇ। ਛੱਡੋ ਪਰੇ, ਚੱਲੀ ਜਾਂਦਾ, ਬਸ ਠੀਕ ਹੈ, ਸਵੇਰੇ ਸ਼ਾਮ ਪ੍ਰਸ਼ਾਦਾ ਮਿਲ ਜਾਂਦਾ, ਠੀਕ ਹੈ, ਸਿਰ ਤੇ ਛੱਤ ਹੈ, ਠੀਕ ਹੈ, ਕਿਉਂਕਿ ਤਾਂਘ ਨਹੀਂ, ਅੰਦਰ ਖਿੱਚ ਨਹੀਂ। ਜੇ ਕਿਸੇ ਦੇ ਅੰਦਰ ਤਾਂਘ ਹੋਵੇ ਕਿ ਮੈਂ ਕੋਈ ਪਦਵੀ ਹਾਸਲ ਕਰਨੀ ਹੈ, ਕੋਈ ਛੋਟੀ ਮੋਟੀ ਹਕੂਮਤ ਹਾਸਲ ਕਰਨੀ ਹੈ, ਉਹ ਫੇਰ ਹੀ ਕੋਈ ਨਾ ਕੋਈ ਉਦਮ ਕਰੇਗਾ, ਫੇਰ ਹੀ ਕੋਈ ਨਾ ਕੋਈ ਯਤਨ ਕਰੇਗਾ, ਫੇਰ ਹੀ ਕੋਈ ਨਾ ਕੋਈ ਰਾਹ ਲੱਭੇਗਾ। ਤੇ ਜੇ ਅੰਦਰ ਤਾਂਘ ਹੀ ਨਹੀਂ, ਮਹੱਤਵਾਕਾਂक्षा ਹੀ ਨਹੀਂ, ਤੇ ਫੇਰ ਤੇ ਕੁਝ ਵੀ ਨਹੀਂ ਕਰੇਗਾ, ਹੱਥ ਤੇ ਹੱਥ ਰੱਖ ਕੇ ਬੈਠਾ ਰਹੇਗਾ। ਹਾਂ ਛੱਡੋ ਪਰੇ, ਆਪਾਂ ਕੀ ਲੈਣਾ। ਉਸ ਪਰਮਾਤਮਾ ਦੇ ਮਿਲਾਪ ਦੀ ਤਾਂਘ ਪੈਦਾ ਹੋ ਜਾਣੀ, ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇੱਕ ਬਚਨ ਤੁਸੀਂ ਕਦੇ ਸੁਖਮਨੀ ਸਾਹਿਬ ਦੇ ਵਿੱਚ ਪੜ੍ਹੇ ਹੋਣਗੇ। ਮਹਾਰਾਜ ਕਹਿੰਦੇ ਨੇ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗੈ ਦੁਖ। ਗੁਰੂ ਜੀ ਕਹਿੰਦੇ ਨੇ, ਜਿਹਦੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਭੁੱਖ ਹੀ ਲੱਗ ਗਈ ਨਾ, ਭੁੱਖ, ਕੋਈ ਦੁੱਖ ਉਸਦੇ ਨੇੜੇ ਨਹੀਂ ਆਵੇਗਾ। ਉਹਦੇ ਮਿਲਾਪ ਦੀ ਭੁੱਖ ਹੀ ਨਹੀਂ ਲੱਗਦੀ, ਕਿਉਂਕਿ ਜੇ ਭੁੱਖ ਲੱਗੇਗੀ ਅਸੀਂ ਫੇਰ ਹੀ ਭੋਜਨ ਵਾਸਤੇ ਕੋਈ ਉਦਮ ਵਸੀਲਾ ਕਰਾਂਗੇ ਨਾ। ਜੇ ਅਸੀਂ ਰੋਟੀ ਵਾਸਤੇ ਕੋਈ ਉਦਮ ਵਸੀਲਾ ਕਰਦੇ ਹਾਂ, ਭੋਜਨ ਵਾਸਤੇ ਕੋਈ ਅਸੀਂ ਹੱਥ ਪੈਰ ਮਾਰਦੇ ਹਾਂ, ਉਹ ਤਾਂ ਮਾਰਦੇ ਹਾਂ ਕਿਉਂਕਿ ਭੁੱਖ ਲੱਗਦੀ ਹੈ। ਤੇ ਜੇ ਭੁੱਖ ਹੀ ਨਾ ਲੱਗੇ ਫਿਰ ਅਸੀਂ ਕਿਉਂ ਕਰਾਂਗੇ ਜੀ। ਮਹਾਰਾਜ ਕਹਿੰਦੇ ਨੇ, ਜੇ ਸਾਡੇ ਅੰਦਰ ਰੱਬ ਦੇ ਮਿਲਾਪ ਦੀ ਭੁੱਖ ਹੀ ਨਹੀਂ ਤੇ ਅਸੀਂ ਰੱਬ ਦੇ ਮਿਲਾਪ ਵਾਸਤੇ ਕੁਝ ਕਰਾਂਗੇ ਵੀ ਨਹੀਂ। ਉਹਦੇ ਦਰਸ਼ਨਾਂ ਦੀ ਭੁੱਖ ਲੱਗ ਜਾਣੀ, ਉਹਦੇ ਦਰਸ਼ਨਾਂ ਦੀ ਪਿਆਸ ਲੱਗ ਜਾਣੀ, ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਰੋਜ਼ਾਨਾ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਹੈ ਦੁਖ। ਉਹਦੀ ਭੁੱਖ, ਉਹਦੀ ਪਿਆਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਅੰਦਰ ਪਿਆਸ ਬਹੁਤ ਹੈ, ਮੇਰੇ ਅੰਦਰ ਭੁੱਖ ਬਹੁਤ ਹੈ, ਮੇਰੇ ਅੰਦਰ ਉਸ ਪਰਮਾਤਮਾ ਦੇ ਮਿਲਣ ਦੀ ਤਾਂਘ ਬਹੁਤ ਹੈ ਕਿ ਕਿਵੇਂ ਨਾ ਕਿਵੇਂ ਰੱਬ ਮਿਲ ਜਾਏ, ਪਰਮਾਤਮਾ ਮਿਲ ਜਾਏ। ਪਰ ਮਿਲੇ ਕਿਵੇਂ, ਉਹਨੂੰ ਕੀ ਚੰਗਾ ਲੱਗਦਾ ਹੈ। ਅਗਲੇ ਪਦ ਵਿੱਚ ਮਹਾਰਾਜ ਵਿਆਖਿਆ ਕਰਦੇ ਹਨ, ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਰਹਾਉ ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵੇ। ਮਹਾਰਾਜ ਕਹਿੰਦੇ ਹਨ, ਸੰਸਾਰ ਦੇ ਗਿਆਨੀ ਬੜੇ ਨੇ, ਰੱਬ ਦੇ ਬੰਦੇ ਬੜੇ ਨੇ, ਪਰ ਸਹੀ ਗਿਆਨੀ ਉਹੀ ਹੈ, ਸਹੀ ਰੱਬ ਦਾ ਬੰਦਾ ਉਹੀ ਹੈ ਜਿਹਦੇ ਉੱਪਰ ਪਰਮਾਤਮਾ ਦੀ ਰੁਚੀ ਆ ਜਾਂਦੀ। ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉੱਪਰ ਰੁਚੀ, ਜਿਹਦੇ ਉੱਪਰ ਪਰਮਾਤਮਾ ਦੀ ਰੁਚੀ ਆ ਜਾਂਦੀ ਹੈ। ਭਾਵ ਉਹ ਗਿਆਨੀ ਜਿਸ ਨੇ ਇਹੋ ਜਿਹਾ ਗਿਆਨ ਕਮਾਇਆ ਕਿ ਰੱਬ ਦੀ ਰੁਚੀ ਉਹਦੇ ਉੱਤੇ ਆ ਗਈ ਹੈ। ਉਹ ਜਨ ਜਿਸ ਨੇ ਐਸਾ ਕੋਈ ਕਰਮ ਕੀਤਾ ਕਿ ਰੱਬ ਦੀ ਉਹਦੇ ਉੱਤੇ ਰੁਚੀ ਆ ਗਈ ਹੈ, ਰੱਬ ਉਹਦੇ ਉੱਤੇ ਖੁਸ਼ ਹੋ ਗਿਆ ਹੈ, ਰੱਬ ਉਹਦੇ ਉੱਤੇ ਪ੍ਰਸੰਨ ਹੋ ਗਿਆ ਹੈ। ਗਿਆਨੀ ਦਾ ਅਰਥ ਕੀ ਹੁੰਦਾ? ਗਿਆਨੀ ਦਾ ਅਰਥ ਕੋਈ ਇਹ ਨਹੀਂ ਹੁੰਦਾ
कि असी ਗਿਆਨੀਆਂ वाले कपड़े पा लै, ਜਾਂ थोड़ा बहुत असी पाठ कर लेंदे हाँ, ਜਾਂ असी थोड़ी बहुत व्याख्या कर लेंदे हाँ तो कह दिता जी ਗਿਆਨੀ। ना, ਗਿਆਨੀ की व्याख्या गुरु तेग बहादुर साहब महाराज ने की हुई है। महाराज कहते ने भै काहू को देत नह, नह भै मानतान, कहो नानक सुन रे मना, ਗਿਆਨੀ ताहे बखान। ਉਹ ਗਿਆਨੀ ਹੈ ਜਿਹੜਾ ਕਿਸੇ ਨੂੰ ਭੈ ਦਿੰਦਾ ਨਹੀਂ ਤੇ ਕਿਸੇ ਦਾ ਭੈ ਮੰਨਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ ਤੇ ਕਿਸੇ ਤੋਂ ਡਰਦਾ ਨਹੀਂ, ਜਿਹੜਾ ਗੁਰੂ ਆਸ਼ੇ ਅਨੁਸਾਰ ਚੱਲਦਾ ਉਹ ਗਿਆਨੀ ਹੈ। ਇਸ ਲਈ ਮਹਾਰਾਜ ਕਹਿੰਦੇ ਹਨ ਜਿਹੜਾ ਇਹੋ ਜਿਹਾ ਗਿਆਨੀ ਹੈ, ਗੁਰੂ ਦੀ ਬਾਣੀ ਦੇ ਅਨੁਸਾਰ ਚੱਲਣ ਵਾਲਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਥਾਵੇਂ ਬੜੇ ਸੁੰਦਰ ਬਚਨ ਕਹੇ ਨੇ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਮਹਾਰਾਜ ਕਹਿੰਦੇ ਨੇ ਗਿਆਨੀ ਕਿਹੋ ਜਿਹਾ ਹੋਵੇ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਅੱਗੇ ਫਿਰ ਜਵਾਬ ਦਿੰਦੇ ਨੇ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰਹਿ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਜਿਹੜਾ ਆਪੇ ਦੀ ਪਹਿਚਾਣ ਕਰਦਾ ਹੈ, ਉਸ ਮਾਲਕ ਨੂੰ ਸਮਝਦਾ ਹੈ, ਗੁਰੂ ਦੀ ਕਿਰਪਾ ਦੁਆਰਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਇਹੋ ਜਿਹਾ ਗਿਆਨੀ ਰੱਬੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉੱਪਰ ਰੁਝ ਆਵੇ। ਹੇ ਪਰਮੇਸ਼ਰ ਜੀ, ਉਹੀ ਅਸਲ ਵਿੱਚ ਗਿਆਨੀ ਹੈ, ਉਹੀ ਤੇਰਾ ਜਨ ਹੈ, ਤੇਰਾ ਭਗਤ ਹੈ, ਜਿਹਦੇ ਉੱਪਰ ਤੇਰੀ ਰੁਚੀ ਆ ਗਈ ਹੈ, ਜਿਹਦੇ ਉੱਪਰ ਤੂੰ ਖੁਸ਼ ਹੋ ਗਿਆ, ਜਿਹਦੇ ਉੱਪਰ ਤੂੰ ਪ੍ਰਸੰਨ ਹੋ ਗਿਆ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਹਨ। ਕਿਰਪਾ ਕਰੋ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੁਧ ਧਿਆਵੈ। ਆਖਦੇ ਨੇ ਹੇ ਪੁਰਖ ਵਿਧਾਤੇ, ਹੇ ਕਰਮਾਂ ਦਾ ਫਲ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ, ਜਿਸ ਦੇ ਉੱਪਰ ਤੁਸੀਂ ਕਿਰਪਾ ਕਰਦੇ ਹੋ, ਜਿਸ ਦੇ ਉੱਪਰ ਤੁਸੀਂ ਰਹਿਮਤ ਕਰਦੇ ਹੋ, ਸੋ ਸਦਾ ਸਦਾ ਤੁਧ ਧਿਆਵੈ। ਉਹ ਤੁਹਾਨੂੰ ਹਮੇਸ਼ਾ ਧਿਆਉਂਦਾ ਹੈ। ਕਿਰਪਾ ਕਰੋ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੁਧ ਧਿਆਵੈ। ਹੇ ਪਰਮੇਸ਼ਰ ਜੀ, ਉਹ ਸਦਾ ਹੀ ਤੈਨੂੰ ਧਿਆਉਂਦਾ ਹੈ, ਜਿਹਦੇ ਉੱਪਰ ਤੁਸੀਂ ਕਿਰਪਾ ਕਰ ਦਿੰਦੇ ਹੋ। ਕਿਉਂਕਿ ਅਸੀਂ ਆਪਣੀ ਹਿੰਮਤ ਨਾਲ, ਆਪਣੀ ਸ਼ਕਤੀ ਨਾਲ ਉਸ ਨੂੰ ਧਿਆ ਹੀ ਨਹੀਂ ਸਕਦੇ। ਅਸੀਂ ਆਪਣੀ ਸਿਆਣਪ ਨਾਲ ਪਰਮਾਤਮਾ ਦਾ ਨਾਮ ਜਪ ਹੀ ਨਹੀਂ ਸਕਦੇ। ਅਗਰ ਅਸੀਂ ਆਪਣੀ ਹਿੰਮਤ ਨਾਲ, ਆਪਣੀ ਸਿਆਣਪ ਨਾਲ, ਆਪਣੇ ਉਦਮ ਨਾਲ ਉਹਨੂੰ ਜਪਾਂਗੇ ਤੇ ਹੰਕਾਰ ਆਪਣੇ ਆਪ ਆ ਜਾਏਗਾ। ਮੈਂ ਬੜਾ ਭਗਤ ਹਾਂ, ਮੈਂ ਸਵੇਰੇ ਉੱਠਦਾ ਹਾਂ, ਮੈਂ ਇੰਨੀ ਬਾਣੀ ਪੜ੍ਹਦਾ ਹਾਂ, ਮੈਂ ਇੰਨਾ ਚਿਰ ਸਿਮਰਨ ਕਰਦਾ ਹਾਂ। ਕਿਉਂਕਿ ਉਹ ਉਸ ਦੀ ਕਿਰਪਾ ਤੋਂ ਵਿਹੂਣਾ ਹੈ, ਉਹਨੇ ਆਪਣੇ ਆਪ ਨੂੰ ਅੱਗੇ ਰੱਖਿਆ ਹੋਇਆ ਹੈ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਿੱਡਾ ਸਪਸ਼ਟ ਫੈਸਲਾ ਹੈ। ਕਹਿਣ ਲੱਗੇ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰਿ ਗੁਣ ਗਾਓ। ਉਹ ਪ੍ਰਮਾਤਮਾ ਜਿਸ ਤੋਂ ਨਾਮ ਜਪਾਉਂਦਾ ਹੈ ਉਹ ਜਪਦਾ ਹੈ, ਜਿਸ ਤੋਂ ਆਪਣੇ ਗੁਣ ਗਵਾਉਂਦਾ ਹੈ ਉਹ ਗਾਉਂਦਾ ਹੈ। ਨਾ ਆਪਣੇ ਆਪ ਕੋਈ ਉਸ ਨੂੰ ਜਪ ਸਕਦਾ ਹੈ, ਨਾ ਉਸ ਨੂੰ ਕੋਈ ਗਾ ਸਕਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਹੀ ਬਚਨ ਹੈ। ਮਹਾਰਾਜ ਕਹਿੰਦੇ ਨੇ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਸਿਮਰਨ ਤੇ ਲਾਗੇ, ਸਿਮਰਨ ਉੱਤੇ ਉਹ ਲੱਗੇ ਹਨ, ਪਰਮੇਸ਼ਰ ਨੂੰ ਯਾਦ ਕਰਨ ਉਹ ਲੱਗੇ ਹਨ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਜਿਨ੍ਹਾਂ ਦੇ ਉੱਪਰ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦਇਆਵਾਨ ਹੋਇਆ ਹੈ। ਜਿਸ ਦੇ ਉੱਪਰ ਮਾਲਕ ਦੀ ਕਿਰਪਾ ਹੋ ਗਈ, ਉਹ ਸਿਮਰਨ ਵਿੱਚ ਜੁੜ ਗਿਆ, ਉਹ ਬੰਦਗੀ ਵਿੱਚ ਜੁੜ ਗਿਆ, ਭਗਤੀ ਵਿੱਚ ਜੁੜ ਗਿਆ। ਜਿਸ ਵੇਲੇ ਬਾਬਾ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗਏ ਸਨ, ਘੋੜੀ ਦੀ ਲਗਾਮ ਫੜ ਕੇ ਗੁਰੂ ਨਾਨਕ ਸਾਹਿਬ ਆਪ ਲੈ ਕੇ ਗਏ ਤੇ ਪੁੱਛਿਆ, ਲੈਣਿਆ ਕੀ ਸਮਝਿਆ? ਕਹਿਣ ਲੱਗਾ, ਮਹਾਰਾਜ ਇਹ ਸਮਝਿਆ, ਜਿਸ ਨੂੰ ਤੁਸੀਂ ਆਪ ਆਪਣੇ ਘਰ ਲੈ ਆਓ ਉਹੀ ਆ ਸਕਦਾ, ਦੂਜਾ ਨਹੀਂ ਆ ਸਕਦਾ, ਦੂਸਰਾ ਨਹੀਂ ਆ ਸਕਦਾ। ਇਸ ਲਈ ਜੇ ਅਸੀਂ ਥੋੜ੍ਹੀ ਬਹੁਤ ਬੰਦਗੀ ਕਰਦੇ ਹਾਂ, ਭਗਤੀ ਕਰਦੇ ਹਾਂ, ਕੋਈ ਥੋੜ੍ਹਾ ਬਹੁਤ ਨਾਮ ਜਪਦੇ ਹਾਂ, ਭਲਿਓ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ।
ਜੇ ਸਾਡੇ ਕੋਲ ਗੁਰਸਿੱਖੀ ਜੀਵਨ ਹੈ, ਜੇ ਅਸੀਂ ਸਤ ਸੰਗਤ ਕਰਦੇ ਹਾਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਿਨਾਂ ਸਾਨੂੰ ਇਹ ਮਨੁੱਖਾ ਜਨਮ ਵੀ ਨਹੀਂ ਸੀ ਮਿਲ ਸਕਦਾ। ਮਹਾਰਾਜ ਕਹਿੰਦੇ ਨੇ, ਇਹ ਮਨੁੱਖਾ ਜਨਮ ਵੀ ਤੈਨੂੰ ਜੇ ਮਿਲਿਆ, ਉਹਦੀ ਕਿਰਪਾ ਨਾਲ ਮਿਲਿਆ। ਤੁਮਰੀ ਕਿਰਪਾ ਤੇ ਮਾਨੁਖ ਦੇ ਭਾਈ ਹੈ, ਦਿਓ ਦਰ ਸਾਰਦਾ। ਜਦੋਂ ਮਨੁੱਖਾ ਜਨਮ ਹੀ ਉਹਦੀ ਕਿਰਪਾ ਦੇ ਨਾਲ ਮਿਲਿਆ, ਤੇ ਬਾਕੀ ਸਾਰਾ ਕੁਝ ਵੀ ਤੇ ਉਹਦੀ ਕਿਰਪਾ ਨਾਲ ਮਿਲਿਆ। ਕੀ ਹੈ ਜਿਹੜਾ ਅਸੀਂ ਆਪਣੇ ਆਪ ਪੈਦਾ ਕੀਤਾ ਹੋਵੇ? ਕੀ ਅਸੀਂ ਮਾਂ-ਬਾਪ ਆਪ ਸਿਲੈਕਟ ਕੀਤੇ ਸੀ ਕਿ ਸਾਨੂੰ ਜੀ ਇਹੋ ਜਿਹਾ ਮਾਂ-ਬਾਪ ਚਾਹੀਦੇ ਨੇ? ਨਹੀਂ। ਜਾਂ ਅਸੀਂ ਭੈਣ ਭਰਾ ਆਪ ਸਿਲੈਕਟ ਕੀਤੇ ਸੀ ਕਿ ਸਾਨੂੰ ਜੀ ਭੈਣ ਭਰਾ ਇਹੋ ਜਿਹੇ ਚਾਹੀਦੇ ਨੇ? ਬਿਲਕੁਲ ਨਹੀਂ। ਪਰਮਾਤਮਾ ਨੇ ਸਾਨੂੰ ਮਾਂ-ਬਾਪ ਦਿੱਤੇ, ਪਰਮਾਤਮਾ ਨੇ ਸਾਨੂੰ ਧੀਆਂ ਪੁੱਤਰ ਦਿੱਤੇ, ਪਰਮਾਤਮਾ ਨੇ ਸਾਨੂੰ ਭੈਣ ਭਰਾ ਦਿੱਤੇ। ਹਰ ਸ਼ੈ ਨਿਰੰਕਾਰ ਨੇ ਦਿੱਤੀ ਹੈ। ਆ ਪਾਣੀ ਅਸੀਂ ਆਪ ਬਣਾਇਆ? ਬਿਲਕੁਲ ਨਹੀਂ। ਸੂਰਜ ਦੀ ਰੋਸ਼ਨੀ ਅਸੀਂ ਬਣਾਈ? ਬਿਲਕੁਲ ਨਹੀਂ। ਕਿਹੜੀ ਚੀਜ਼ ਹੈ ਜਿਹੜੀ ਅਸੀਂ ਬਣਾਈ ਹੋਵੇ? ਕੋਈ ਇੱਕ ਦੱਸੋ। ਕੁਛ ਵੀ ਨਹੀਂ। ਫੋਕਟ ਹੰਕਾਰ ਪਾਲਿਆ ਹੋਇਆ ਹੈ। ਅਸੀਂ ਵਿਅਰਥ ਹੰਕਾਰ ਪਾਲਿਆ ਹੋਇਆ ਹੈ। ਇਸ ਲਈ ਮਹਾਰਾਜ ਕਹਿੰਦੇ ਨੇ, ਕਿਰਪਾ ਕਰੋ ਜਿਸ ਪੁਰਖ ਵਿਦਾਤੇ, ਸੋ ਸਦਾ ਸਦਾ ਤੁਧ ਧਿਆਵੈ। ਹੇ ਕਰਮਾਂ ਦਾ ਫਲ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ, ਜਿਸ ਦੇ ਉੱਪਰ ਤੁਸੀਂ ਕਿਰਪਾ ਕਰਦੇ ਹੋ, ਉਹ ਤੁਹਾਨੂੰ ਹਮੇਸ਼ਾ ਧਿਆਉਂਦਾ ਹੈ, ਉਹ ਤੁਹਾਨੂੰ ਹਮੇਸ਼ਾ ਯਾਦ ਰੱਖਦਾ ਹੈ, ਉਹ ਹਮੇਸ਼ਾ ਤੁਹਾਡਾ ਸ਼ੁਕਰਾਨਾ ਕਰਦਾ ਹੈ। ਉਹ ਕਹਿੰਦਾ ਹੈ, ਮਾਲਕ ਜੀ ਸਰੀਰ ਤੁਸੀਂ ਦਿੱਤਾ, ਸਾਰੇ ਸੁੱਖ ਤੁਸੀਂ ਦਿੱਤੇ, ਸਭ ਕੁਝ ਤੁਸੀਂ ਦਿੱਤਾ ਹੈ। ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਕਦੇ ਧਿਆਨ ਨਾਲ ਪੜੋ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਭ ਹੈ, ਤਿਸ ਕੋ ਸਿਮਰਤ ਪਰਮਗਤ ਪਾਵ। ਸਾਰੀ ਅਸ਼ਟਪਦੀ ਪੜੋ। ਸਾਰਾ ਕੁਝ ਸਾਨੂੰ ਉਹਦੀ ਕਿਰਪਾ ਦੇ ਨਾਲ ਮਿਲਿਆ ਹੈ। ਇਸ ਲਈ ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਤਾਂ ਫਿਰ ਹਮੇਸ਼ਾ ਉਹਦੇ ਗੁਣ ਅਸੀਂ ਗਾਵਾਂਗੇ, ਅਸੀਂ ਹਮੇਸ਼ਾ ਉਹਨੂੰ ਧਿਆਵਾਂਗੇ। ਅਸੀਂ ਹਰ ਸਮੇਂ ਇਹੀ ਕਹਾਂਗੇ ਕਿ ਹੇ ਮਾਲਕ ਜੀ, ਇਹ ਸਾਰਾ ਕੁਝ ਤੁਸੀਂ ਦਿੱਤਾ ਹੈ। ਅਸੀਂ ਹਮੇਸ਼ਾ ਉਹਨੂੰ ਧਿਆਉਂਦੇ ਰਹਾਂਗੇ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹਨ। ਕਵਨ ਜੋਗ ਕਵਨ ਗਿਆਨ ਧਿਆਨ, ਕਵਨ ਗੁਣੀ ਰੀਝਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕਵਨ ਜੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰੀਝਾਵੈ। ਭਾਈ, ਉਹ ਕਿਹੜਾ ਯੋਗ ਹੈ, ਉਹ ਕਿਹੜਾ ਗਿਆਨ ਧਿਆਨ ਹੈ, ਉਹ ਕਿਹੜੇ ਗੁਣ ਨੇ ਜਿਨ੍ਹਾਂ ਨਾਲ ਮੈਂ ਰੱਬ ਨੂੰ ਰਿਝਾ ਲਵਾਂ, ਜਿਨ੍ਹਾਂ ਨਾਲ ਮੈਂ ਪਰਮਾਤਮਾ ਨੂੰ ਖੁਸ਼ ਕਰ ਲਵਾਂ। ਉਹ ਕਿਹੜੀ ਯੋਗ ਸਾਧਨਾ ਹੈ ਜੀ, ਉਹ ਕਿਹੜਾ ਗਿਆਨ ਧਿਆਨ ਹੈ ਜਿਸ ਨਾਲ ਮੈਂ ਪਰਮਾਤਮਾ ਨੂੰ ਖੁਸ਼ ਕਰ ਲਵਾਂ। ਕਵਨ ਗੁਣੀ ਰਿਝਾਵੈ, ਉਹ ਕਿਹੜੇ ਗੁਣ ਨੇ ਜਿਨ੍ਹਾਂ ਨਾਲ ਮੈਂ ਰੱਬ ਨੂੰ ਰਿਝਾ ਲਵਾਂ। ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਣੀਆਂ ਮੰਤ, ਕਵਨ ਸੋ ਵੇਸੂ ਹੋਂ ਕਰੀ, ਜਿਤ ਵਸ ਆਵੈ ਕੰਤ। ਉਹ ਕਿਹੜਾ ਅੱਖਰ ਹੈ, ਉਹ ਕਿਹੜੇ ਗੁਣ ਨੇ, ਉਹ ਕਿਹੜਾ ਮੰਤਰ ਹੈ, ਉਹ ਕਿਹੜਾ ਵੇਸ ਲਿਬਾਸ ਭੇਖ ਹੈ ਜਿਹਦੇ ਨਾਲ ਮੈਂ ਆਪਣੇ ਰੱਬ ਨੂੰ, ਆਪਣੇ ਕੰਤ ਨੂੰ ਵਸ ਵਿੱਚ ਕਰ ਲਵਾਂ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੂ ਹੋਂ ਕਰੀ, ਜਿਤ ਵਸ ਆਵੈ ਕੰਤ। ਤੇ ਮਹਾਰਾਜ ਕਹਿੰਦੇ ਨੇ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਜਿਤ ਵਸ ਆਵੈ ਕੰਤ। ਨਿਵਣ ਸੋ ਅੱਖਰ। ਅੱਖਰ ਕਿਹੜਾ ਪੜ੍ਹਨਾ? ਨਿਵਣ, ਨਿਵਣਾ ਭਾਵ ਨਿਮਰਤਾ ਵਿੱਚ ਰਹਿਣਾ। ਖਵਣ ਗੁਣ, ਖਵਣਾ, ਦੁੱਖ ਆ ਗਿਆ ਉਹ ਵੀ ਖਵ ਲਿਆ, ਸੁੱਖ ਆ ਗਿਆ ਉਹ ਵੀ ਖਵ ਲਿਆ। ਆਪੇ ਤੋਂ ਬਾਹਰ ਨਹੀਂ ਹੋਣਾ। ਸੁੱਖ ਦੁੱਖ ਨੂੰ ਆਪਣੇ ਅੰਦਰ ਖਵ ਲੈਣਾ, ਨਫੇ ਨੁਕਸਾਨ ਨੂੰ ਆਪਣੇ ਅੰਦਰ ਖਵ ਲੈਣਾ, ਹਰ ਚੀਜ਼ ਨੂੰ ਆਪਣੇ ਅੰਦਰ ਜਜ਼ਬ ਕਰ ਲੈਣਾ। ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ। ਤੇ ਜੀਭਾਂ ਨਾਲ ਰੱਬੀ ਨਾਮ ਦਾ ਮੰਤਰ ਉਚਾਰਨ ਕਰਦੇ ਰਹਿਣਾ ਬਸ, ਅਰਥਾਤ ਪਰਮਾਤਮਾ ਦਾ ਸ਼ੁਕਰ ਕਰਦੇ ਰਹਿਣਾ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੇ ਕੰਤ। ਇਹ ਤਿੰਨ ਵੇਸ, ਤਿੰਨ ਕੱਪੜੇ ਪਹਿਨ ਲੈ ਤੇ ਰੱਬ ਵਸ ਵਿੱਚ ਆ ਜਾਏਗਾ, ਪਰਮਾਤਮਾ ਵਸ ਵਿੱਚ ਆ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਹਨ, ਕਵਨ ਜੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰਿਝਾਵੈ। ਉਹ ਕਿਹੜੇ ਗੁਣ ਨੇ ਜਿਨ੍ਹਾਂ ਨਾਲ ਮੈਂ ਰੱਬ ਨੂੰ ਰਿਝਾ ਲਵਾਂ। ਉਹ ਕਿਹੜਾ ਯੋਗ ਹੈ, ਉਹ ਕਿਹੜਾ ਗਿਆਨ ਧਿਆਨ ਹੈ ਜਿਸ ਨਾਲ ਮੈਂ ਪਰਮਾਤਮਾ ਨੂੰ ਖੁਸ਼ ਕਰ ਲਵਾਂ। ਅਗਲੇ ਪਦ ਵਿੱਚ ਕੀ ਕਿਰਪਾ ਕਰਦੇ ਹਨ?
ਭਗਤਾ ਜਿਸ ਉਪਰ ਰੰਗ ਲਾਵੈ। ਮਹਾਰਾਜ ਕਹਿੰਦੇ ਹਨ ਸੋਈ ਜਨ ਸੋਈ ਨਿਜ ਭਗਤਾ। ਉਹੀ ਪ੍ਰਮਾਤਮਾ ਦਾ ਜਨ ਹੈ, ਉਹੀ ਪ੍ਰਮਾਤਮਾ ਦਾ ਆਪਣਾ ਭਗਤ ਹੈ ਜਿਸ ਉੱਪਰ ਰੰਗ ਲਾਵੈ। ਜਿਹਦੇ ਉੱਪਰ ਪ੍ਰਮਾਤਮਾ ਆਪਣੇ ਪਿਆਰ ਦਾ ਰੰਗ ਲਾ ਦਿੰਦਾ ਹੈ, ਜਿਸ ਦੇ ਜੀਵਨ ਤੇ ਨਾਮ ਦਾ, ਪਿਆਰ ਦਾ, ਸਿਮਰਨ ਦਾ ਰੰਗ ਚਾੜ ਦਿੰਦਾ ਹੈ। ਵਿਰਲੇ ਨੇ ਜਿਨ੍ਹਾਂ ਨੂੰ ਰੰਗ ਚੜ੍ਹਦਾ ਹੈ, ਰੰਗ ਸਾਰਿਆਂ ਨੂੰ ਨਹੀਂ ਚੜ੍ਹਦਾ, ਵਿਰਲੇ ਨੇ। ਕਿਉਂ ਨਹੀਂ ਚੜ੍ਹਦਾ ਜੀ? ਤੁਸੀਂ ਕਦੇ ਘਰ ਵਿੱਚ ਪੇਂਟ ਕਰਨਾ ਹੋਵੇ, ਰੰਗ ਕਰਨਾ ਹੋਵੇ, ਤੇ ਕੀ ਕਰਦੇ ਹੋ? ਸਭ ਤੋਂ ਪਹਿਲਾ ਰੰਗ ਉਤਾਰਦੇ। ਜਿਹੜਾ ਕੰਧ ਦੇ ਉੱਪਰ ਪਹਿਲਾ ਰੰਗ ਕੀਤਾ ਹੁੰਦਾ ਹੈ ਨਾ, ਉਹ ਪਹਿਲਾਂ ਲਾਉਂਦੇ ਹੋ, ਚੰਗੀ ਤਰ੍ਹਾਂ ਖੁਰਚਦੇ ਹੋ, ਕਿਉਂਕਿ ਤੁਹਾਨੂੰ ਪਤਾ ਕਿ ਰੰਗ ਦੇ ਉੱਪਰ ਰੰਗ ਨਹੀਂ ਚੜ੍ਹਨਾ। ਚੰਗੀ ਤਰ੍ਹਾਂ ਖੁਰਚ ਕੇ ਸਾਫ਼ ਕਰਕੇ ਕੰਧ, ਤੇ ਫਿਰ ਦੂਜਾ ਨਵਾਂ ਪੇਂਟ ਜਿਹੜਾ ਕੰਧ ਸਾਫ਼ ਕਰਕੇ ਫੇਰ ਕਰਦੇ ਆ। ਫਿਰ ਉਹ ਜਿਹੜਾ ਰੰਗ ਹੈ ਉਹ ਕੰਧ ਨੂੰ ਚੰਗੀ ਤਰ੍ਹਾਂ ਫੜ ਲੈਂਦਾ, ਇੱਟਾਂ ਨੂੰ ਚੰਗੀ ਤਰ੍ਹਾਂ ਫੜ ਲੈਂਦਾ। ਮਹਾਰਾਜ ਕਹਿੰਦੇ ਨੇ ਸਾਡੇ ਉੱਪਰ ਪਿਆਰ ਦਾ ਰੰਗ ਕਿਉਂ ਨਹੀਂ ਚੜ੍ਹਦਾ? ਸਾਡੇ ਉੱਪਰ ਸਿਮਰਨ ਦਾ ਰੰਗ ਕਿਉਂ ਨਹੀਂ ਚੜ੍ਹਦਾ? ਕਿਉਂਕਿ ਸਾਡੇ ਉੱਪਰ ਪਹਿਲਾਂ ਹੀ ਲੋਭ ਦਾ ਰੰਗ ਚੜ੍ਹਿਆ ਹੋਇਆ ਹੈ, ਮੋਹ ਮਾਇਆ ਦਾ ਰੰਗ ਚੜ੍ਹਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਤੁਸੀਂ ਕਈ ਵਾਰ ਸਰਵਣ ਕੀਤੇ ਹੋਣਗੇ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਲੋਭ ਦੇ ਰੰਗ ਦੇ ਵਿੱਚ ਸਾਡਾ ਜੀਵਨ ਦਾ ਚੋਲਾ ਰੰਗ ਹੋਇਆ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੀਂਝਿਆ ਜਾਏ। ਅਸੀਂ ਲੋਭ ਦੇ ਰੰਗ ਵਿੱਚ ਰੰਗੇ ਹੋਏ ਹਾਂ। ਜਦੋਂ ਲੋਭ ਦੇ ਰੰਗ ਵਿੱਚ ਰੰਗੇ ਹੋਏ ਹਾਂ ਤੇ ਫਿਰ ਸਾਡੇ ਉੱਪਰ ਨਾਮ ਦਾ ਰੰਗ ਕਿਵੇਂ ਚੜ੍ਹ ਜਾਏਗਾ? ਸਿਮਰਨ ਦਾ ਰੰਗ ਕਿਵੇਂ ਚੜ੍ਹ ਜਾਏਗਾ? ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੀਂਝਿਆ ਜਾਏ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਉ। ਫਿਰ ਅੱਗੇ ਬਚਨ ਮਹਾਰਾਜ ਨੇ ਕਿਹਾ, ਕਾਇਆ ਰੰਗਣ ਜੇਥੀਐ ਪਿਆਰੇ। ਜੇ ਕਿਤੇ ਸਰੀਰ ਨੂੰ ਮਟਕੀ ਬਣਾ ਲਈਏ, ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਢੀਠ। ਕਿਤੇ ਗੁਰੂ ਰੂਪ ਲਿਲਾਰੀ ਸਾਡੇ ਜੀਵਨ ਨੂੰ ਨਾਮ ਦੇ, ਸਿਮਰਨ ਦੇ, ਪਿਆਰ ਦੇ ਰੰਗ ਵਿੱਚ ਰੰਗ ਦੇਵੇ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਰੰਗ ਚੜ੍ਹੇਗਾ, ਕਦੇ ਇਹੋ ਜਿਹਾ ਰੰਗ ਦੇਖਿਆ ਹੀ ਨਹੀਂ ਹੋਵੇਗਾ, ਕਦੇ ਇਹੋ ਜਿਹਾ ਆਨੰਦ ਕਦੇ ਦੇਖਿਆ ਹੀ ਨਹੀਂ ਹੋਵੇਗਾ। ਇਸ ਲਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਸਾਨੂੰ ਹੀ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਨੇ ਸੋਈ ਜਨ ਸੋਈ ਨਿਜ ਭਗਤਾ, ਜਿਸ ਉੱਪਰ ਰੰਗ ਲਾਵੈ। ਹੇ ਪਰਮੇਸ਼ਰ ਜੀ, ਉਹੀ ਤੇਰਾ ਜਨ ਹੈ, ਉਹੀ ਤੇਰਾ ਅਸਲੀ ਭਗਤ ਹੈ, ਜਿਹਦੇ ਉੱਪਰ ਤੂੰ ਆਪਣੇ ਪਿਆਰ ਦਾ ਰੰਗ ਚਾੜ ਦਿੰਦਾ ਹੈ ਜੀ। ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਖ ਨਾ ਪ੍ਰਭ ਵਿਸਰਾਵੈ। ਗਰੀਬ ਨਵਾਜ ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ ਉਹੀ ਅਸਲ ਮਤ ਹੈ, ਉਹੀ ਅਸਲ ਬੁੱਧੀ ਹੈ, ਉਹੀ ਸਹੀ ਸਿਆਣਪ ਹੈ, ਜਿਸ ਦਾ ਸਦਕਾ ਇੱਕ ਨਿਮਖ ਜਿੰਨਾ ਸਮਾਂ ਵੀ ਪਰਮੇਸ਼ਰ ਵਾਹਿਗੁਰੂ ਨਹੀਂ ਭੁੱਲਦਾ। ਅਸੀਂ ਤਾਂ ਹੀ ਸਿਆਣਪ ਵਾਲੇ ਹਾਂ, ਤਾਂ ਹੀ ਮਤਵਾਨ ਹਾਂ, ਜੇ ਭਾਈ ਸਾਨੂੰ ਪਰਮੇਸ਼ਰ ਕਦੇ ਭੁੱਲਿਆ ਨਹੀਂ ਹੈ। ਜੇ ਅਸੀਂ ਪਰਮੇਸ਼ਰ ਨੂੰ ਭੁਲਾਇਆ ਹੋਇਆ, ਗੁਰੂ ਨੂੰ ਭੁਲਾਇਆ ਹੋਇਆ, ਫਿਰ ਅਸੀਂ ਸਿਆਣੇ ਨਹੀਂ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਨੇ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਪ੍ਰੀਤ ਹੈ ਨਾ, ਉਹ ਸੁਗੜ ਸਿਆਣੇ ਹਨ, ਬਹੁਤ ਸਿਆਣੇ ਹਨ। ਹੋ ਸਕਦਾ ਧਨ ਪਦਾਰਥ ਇਕੱਠਾ ਕਰਨ ਵਾਲੋਂ ਬਹੁਤੇ ਸਿਆਣੇ ਨਾ ਹੋਣ, ਦੁਨਿਆਵੀ ਤੌਰ ਤੇ ਮਾਣ ਇੱਜ਼ਤ ਲੈਣ ਵਿੱਚੋਂ ਕੋਈ ਬਹੁਤੇ ਸਿਆਣੇ ਨਾ ਹੋਣ, ਕੋਈ ਪਦਵੀਆਂ ਹਾਸਲ ਕਰਨ ਵਿੱਚੋਂ ਬਹੁਤੇ ਸਿਆਣੇ ਨਾ ਹੋਣ, ਹੋ ਸਕਦਾ। ਪਰ ਅਸਲੀ ਸਿਆਣਪ ਉਹਨਾਂ ਦੇ ਕੋਲ ਹੈ, ਸਹੀ ਸਿਆਣਪ ਉਹਨਾਂ ਦੇ ਕੋਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਇੱਕ ਬੜਾ ਕਮਾਲ ਦਾ ਬਚਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਸਤਿਗੁਰੂ ਦਾ ਸਿੱਖ ਬਾਹਰੋਂ ਭੋਲਾ ਹੈ, ਉਹਨੂੰ ਠੱਗੀਆਂ ਠੋਰੀਆਂ ਨਹੀਂ ਆਉਣੀਆਂ, ਉਹਨੂੰ ਝੂਠ ਨਹੀਂ ਬੋਲਣਾ ਆਉਂਦਾ। ਅਸੀਂ ਕਈ ਵਾਰ ਕਹਿ ਦਿੰਦੇ ਆ ਨਾ
कि जी ਜਿਹੜੇ ਇੱਧਰਲੇ ਬੱਚੇ ਆ ਇਹ ਬੜੇ ਭੋਲੇ ਭਾਲੇ ਆ, ਇਹਨਾਂ ਨੂੰ ਸ਼ੈਤਾਨੀ ਨਹੀਂ ਕਰਨੀ ਆਉਂਦੀ, ਇਹਨਾਂ ਨੂੰ ਝੂਠ ਨਹੀਂ ਬੋਲਣਾ ਆਉਂਦਾ। ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਦੀ ਪਰਵਿਸ਼ ਜਾਂ ਉਹਨਾਂ ਦੀ ਸਿੱਖਿਆ ਇਸ ਤਰ੍ਹਾਂ ਸ਼ੁਰੂ ਹੋਈ ਹੈ। ਤੇ ਮਹਾਰਾਜ ਕਹਿੰਦੇ ਹਨ ਗੁਰਸਿੱਖ ਵੀ ਇਹੋ ਜਿਹਾ ਹੀ ਹੈ। ਉਹਦੇ ਕੋਲ ਦੁਨਿਆਵੀ ਚਤੁਰਾਈਆਂ, ਉਹਦੇ ਕੋਲ ਦੁਨਿਆਵੀ ਸਿਆਣਪਾਂ, ਚਲਾਕੀਆਂ, ਚੁਸਤੀਆਂ ਨਹੀਂ ਹਨ, ਪਰ ਅਸਲੀ ਸਿਆਣਪ ਉਹਦੇ ਕੋਲ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣਾਈ ਬੋਲਾ। ਉਹ ਅੰਦਰੋਂ ਸ਼ਬਦ ਸੁਰਤ ਦਾ ਮੇਲ ਬਣਾ ਕੇ ਰੱਖਦਾ, ਤੇ ਜੇ ਬਾਹਰ ਉਸਨੂੰ ਕੋਈ ਨਿੰਦਿਆ ਸੁਣਾਵੇ ਉਹ ਸੁਣਦਾ ਨਹੀਂ, ਬਾਹਰ ਉਸ ਦੀ ਕੋਈ ਸਿਫਤ ਕਰੇ ਉਹ ਸੁਣਦਾ ਨਹੀਂ। ਤੇ ਜਦੋਂ ਸ਼ਬਦ ਸੁਰਤ ਦੀ ਗੱਲ ਚੱਲਦੀ ਹੈ ਤੇ ਫਿਰ ਉਹ ਬੜੇ ਧਿਆਨ ਨਾਲ ਸੁਣਦਾ ਹੈ। ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣਾਈ ਬੋਲਾ। ਉਸ ਪਾਸਿਓਂ ਬੋਲਾ ਹੀ ਹੋ ਜਾਂਦਾ, ਕਹਿੰਦਾ ਮੈਨੂੰ ਨਹੀਂ ਸੁਣਦਾ। ਕੋਈ ਉਹਦੇ ਕੋਲ ਬੈਠ ਕੇ ਨਿੰਦਿਆ ਕਰੇ, ਉਹ ਕਹਿੰਦਾ ਮੈਂ ਬੋਲਾ, ਮੈਨੂੰ ਨਹੀਂ ਸੁਣਦਾ। ਉਹਦੇ ਕੋਲ ਬੈਠ ਕੇ ਕੋਈ ਕਿਸੇ ਦੀ ਸਿਫਤ ਕਰੇ, ਉਹ ਕਹਿੰਦਾ ਮੈਨੂੰ ਨਹੀਂ ਸੁਣਦੀ। ਹਾਂ, ਉਹਦੇ ਕੋਲ ਬੈਠ ਕੇ ਕੋਈ ਗੁਰਬਾਣੀ ਦੀ ਵਿਚਾਰ ਕਰੇ ਤੇ ਫਿਰ ਉਹ ਸਾਵਧਾਨ ਹੋ ਜਾਂਦਾ, ਫਿਰ ਉਹ ਸੁਚੇਤ ਹੋ ਜਾਂਦਾ। ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣਾਈ ਬੋਲਾ। ਸਤਿਗੁਰ ਦਰਸ਼ਨ ਦੇਖਣਾ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚੁਪੋਲਾ। ਇਹੋ ਜਿਹਾ ਗੁਰਸਿੱਖ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਥੇ ਵੀ ਸਾਨੂੰ ਇਹੀ ਸਮਝਾਉਂਦੇ ਨੇ, ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਕ ਨਾ ਪ੍ਰਭ ਬਿਸਰਾਵੈ। ਭਾਈ ਉਹੀ ਸਹੀ ਮਤ ਹੈ, ਉਹੀ ਅਸਲ ਬੁੱਧੀ ਹੈ, ਉਹੀ ਅਸਲ ਸਿਆਣਪ ਹੈ, ਜਿਹਦੇ ਨਾਲ ਅਸੀਂ ਨਿਮਕ ਜਿੰਨਾ ਸਮਾਂ ਵੀ, ਅੱਖ ਦੇ ਫਰਕਣ ਜਿੰਨਾ ਸਮਾਂ ਵੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਭੁਲਾਈਏ ਨਾ। ਭੱਟ ਕਹਿੰਦੇ ਨੇ ਜੇ ਮਤ ਗਹੀ ਜੈਦੇਵ, ਜੇ ਮਤ ਨਾਮੈ ਸਮਾਣੀ। ਜਿਹੜੀ ਜੈਦੇਵ ਦੇ ਕੋਲ ਮਤ ਹੈ, ਜਿਹੜੀ ਭਗਤ ਨਾਮਦੇਵ ਜੀ ਦੇ ਕੋਲ ਮਤ ਹੈ, ਜੇ ਮਤ ਗਹੀ ਜੈਦੇਵ, ਜੇ ਮਤ ਨਾਮੈ ਸਮਾਣੀ, ਜੇ ਮਤ ਕਬੀਰ ਹੈ ਚਿਤ ਰੁਕ ਮੰਗਤ ਜਾਣੀ। ਇਹਨਾਂ ਮਹਾਂਪੁਰਖਾਂ ਦੇ ਕੋਲ ਜਿਹੜੀ ਮਤ ਹੈ, ਮੇਰੇ ਕੋਲ ਵੀ ਕਿਤੇ ਉਹੀ ਮਤ ਹੋਵੇ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਹਨ। ਸੰਤ ਸੰਗ ਲਗ ਇਹੋ ਸੁਖ ਪਾਇਓ, ਹਰ ਗੁਣ ਸਜ ਹੀ ਗਾਵੇ। ਮਹਾਰਾਜ ਕਹਿੰਦੇ ਨੇ ਸੰਤ ਸੰਗ ਲਗ ਇਹੋ ਸੁਖ ਪਾਇਓ। ਮੈਂ ਭਾਈ ਸੰਤਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਜੁੜ ਕੇ ਇਹ ਸੁਖ ਪਾਇਆ ਹੈ ਕਿ ਹਰ ਗੁਣ ਸਦ ਹੀ ਗਾਇਓ। ਹਮੇਸ਼ਾ ਰੱਬ ਦੇ ਗੁਣ ਗਾਉਂਦਾ ਰਹਿੰਦਾ ਹਾਂ ਮੈਂ, ਹਮੇਸ਼ਾ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਕਰਦਾ ਰਹਿੰਦਾ ਹਾਂ। ਇਹ ਮੈਨੂੰ ਵੱਡਾ ਸੁਖ ਸਾਧੂਆਂ ਦੀ ਸੰਗਤ ਵਿੱਚੋਂ ਮਿਲਿਆ ਹੈ ਜੀ। ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਛ ਆਨ ਨਹੀਂ ਦਿਸਤਾਰੈ। ਹੁਣ ਮਹਾਰਾਜ ਕਹਿੰਦੇ ਹਨ ਦੇਖਿਓ ਰੂਪ ਅਚਰਜ ਮੰਗਲ ਰੂਪ। ਉਹ ਪਰਮੇਸ਼ਰ ਵਾਹਿਗੁਰੂ ਨੂੰ ਮੈਂ ਦੇਖ ਲਿਆ ਹੈ ਜਿਹੜਾ ਹੈਰਾਨ ਕੁਨ ਹੈ, ਅਨੂਪ ਹੈ, ਜਿਸ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਮਹਾਮੰਗਲ, ਜਿਸ ਵਿੱਚ ਮਹਾਮੰਗਲ, ਖੁਸ਼ੀਆਂ ਹੀ ਖੁਸ਼ੀਆਂ ਨੇ। ਕਿਛ ਆਨ ਨਹੀਂ ਦਿਸ਼ਟਾਵੈ। ਹੁਣ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਮੈਨੂੰ ਹੋਰ ਕੁਝ ਦਿਸਦਾ ਹੀ ਨਹੀਂ ਹੈ। ਮੇਰੇ ਸਤਿਗੁਰੂ ਨੇ ਮੈਨੂੰ ਇਹੋ ਜਿਹੀ ਦ੍ਰਿਸ਼ਟੀ ਦੇ ਦਿੱਤੀ ਹੈ ਕਿ ਉਸ ਦ੍ਰਿਸ਼ਟੀ ਦੇ ਨਾਲ ਮੈਨੂੰ ਪਰਮਾਤਮਾ ਤੋਂ ਬਿਨਾਂ ਕੁਝ ਹੋਰ ਦਿਸਦਾ ਹੀ ਨਹੀਂ ਹੈ। ਕਿਛ ਆਨ ਨਹੀਂ ਦਿਸ਼ਟਾਵੈ। ਸਾਡੇ ਕੋਲ ਜਿਹੜੀ ਦ੍ਰਿਸ਼ਟੀ ਹੈ ਇਹ ਦੁਬਿਧਾ ਵਾਲੀ ਦ੍ਰਿਸ਼ਟੀ ਹੈ। ਅਸੀਂ ਆਪਣੀਆਂ ਅੱਖਾਂ ਨਾਲ ਕਿਸੇ ਨੂੰ ਆਪਣਾ, ਕਿਸੇ ਨੂੰ ਪਰਾਇਆ, ਕਿਸੇ ਨੂੰ ਊਚ, ਕਿਸੇ ਨੂੰ ਨੀਚ, ਇਸ ਤਰ੍ਹਾਂ ਦੇਖਦੇ ਹਾਂ। ਪਰ ਜਿਹੜੀ ਦ੍ਰਿਸ਼ਟੀ ਗੁਰਸਿੱਖਾਂ ਦੇ ਕੋਲ ਹੈ, ਪਰਮੇਸ਼ਰ ਦੇ ਪਿਆਰਿਆਂ ਕੋਲ ਹੈ, ਉਸ ਦ੍ਰਿਸ਼ਟੀ ਦੇ ਨਾਲ ਉਹਨਾਂ ਨੂੰ ਰੱਬ ਹੀ ਦਿਖਾਈ ਦਿੰਦਾ, ਹੋਰ ਕੁਛ ਦਿਖਾਈ ਦਿੰਦਾ ਹੀ ਨਹੀਂ ਹੈ। ਹੋਰ ਕੁਛ ਦਿਖਾਈ ਦਿੰਦਾ ਹੀ ਨਹੀਂ ਹੈ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਭਾਈ ਕਨ੍ਹਈਆ ਜੀ ਦੀ ਸਾਖੀ ਕਈ ਵਾਰ ਅਸੀਂ ਸੁਣੀ ਪੜ੍ਹੀ। ਸਿੱਖਾਂ ਨੇ ਆਖਿਆ ਮਹਾਰਾਜ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ। ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਕਿਉਂ ਭਾਈ ਕਨ੍ਹਈਆ? ਕਹਿੰਦੇ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ।
ਕਹਿਣ ਲੱਗਾ ਜੀ ਮੈਨੂੰ ਦੁਸ਼ਮਣ ਦਿਸਦਾ ਹੀ ਕੋਈ ਨਹੀਂ, ਸਾਰਿਆਂ ਨੂੰ ਤੂੰ ਵਰਤਦਾ ਦਿਸਦਾ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦਾ ਰੂਪ। ਮੈਨੂੰ ਤੇ ਸਾਰਿਆਂ ਵਿੱਚ ਤੂੰ ਵਸਦਾ ਦਿਸਦਾ ਹੈ, ਦੁਸ਼ਮਣਾਂ ਵਿੱਚ ਵੀ ਤੂੰ ਵਸਦਾ ਦਿਸਦਾ ਹੈ। ਤੇ ਅਸੀਂ ਵੀ ਸਿੱਖ ਹਾਂ, ਸਾਨੂੰ ਸਿੱਖ ਵਿੱਚ ਵੀ ਗੁਰੂ ਵਸਦਾ ਨਹੀਂ ਦਿਸਦਾ, ਸਾਨੂੰ ਸਿੱਖ ਵਿੱਚ ਵੀ ਗੁਰੂ ਵਸਦਾ ਨਹੀਂ ਦਿਸਦਾ, ਦੁਸ਼ਮਣ ਵਿੱਚ ਕੀ ਵਸਦਾ ਦਿਸਦਾ। ਅਸੀਂ ਤੇ ਸਿੱਖ ਅਖਵਾਨੇ ਹਾਂ, ਸਿੱਖ ਹੈ ਨਹੀਂ, ਸਿੱਖ ਅਖਵਾਨੇ ਹਾਂ, ਸਿੱਖ ਹੈ ਨਹੀਂ। ਬਸ ਸਾਖੀਆਂ ਪੜ੍ਹਨ ਸੁਣਨ ਤੱਕ ਹੀ ਸੀਮਤਾਂ ਸੀ, ਬੜੇ ਲਾ ਲਾ ਕੇ ਮਸਾਲੇ ਸੁਣਾ ਸਕਦੇ ਹਾਂ, ਸੁਣ ਸਕਦੇ ਹਾਂ, ਬਸ ਅਸਰ ਸਾਡੇ ਤੇ ਕੋਈ ਨਹੀਂ। ਅਗਾਂਹ ਕੀ ਜਾਣਾ ਸੀ, ਅਸੀਂ ਪਿਛਾਂ ਨੂੰ ਹੀ ਆਏ ਹਾਂ, ਸਾਡੀ ਹਾਲਤ ਇਹੋ ਜਿਹੀ ਹੋਈ। ਦੁਨਿਆਵੀ ਤੌਰ ਤੇ ਅਸੀਂ ਬੜੇ ਵੱਧ ਫੁੱਲ ਗਏ, ਕੋਈ ਸ਼ੱਕ ਨਹੀਂ। ਪੈਸਾ ਸਿੱਖਾਂ ਨੇ ਬੜਾ ਕਮਾ ਲਿਆ, ਲੰਗਰ ਬੜੇ ਲਾ ਲਏ, ਗੁਰਦੁਆਰੇ ਵੱਡੇ ਵੱਡੇ ਬਣਾ ਲਏ, ਬੜਾ ਕੁਛ ਕਰ ਲਿਆ ਸਿੱਖਾਂ ਨੇ, ਬਹੁਤ ਕੁਛ ਕੀਤਾ, ਬੜੀਆਂ ਬੜੀਆਂ ਪਦਵੀਆਂ ਤੇ ਵੀ ਪਹੁੰਚ ਗਏ। ਪਰ ਧਾਰਮਿਕ ਪੱਖ, ਰੂਹਾਨੀਅਤ ਵਾਲਾ ਪੱਖ, ਅਧਿਆਤਮਿਕਤਾ ਵਾਲਾ ਪੱਖ, ਉਹ ਬਿਲਕੁਲ ਸਾਡਾ ਕਮਜ਼ੋਰ ਪੈ ਗਿਆ ਹੈ। ਅਸੀਂ ਅੰਦਰੋਂ ਗੁਰਬਾਣੀ ਦੀ ਵਿਚਾਰਧਾਰਾ ਵੱਲੋਂ ਬਿਲਕੁਲ ਕਮਜ਼ੋਰ ਪੈ ਗਏ ਹਾਂ। ਅਸੀਂ ਅੰਦਰੋਂ ਉਹ ਵਿਚਾਰਧਾਰਾ ਨੂੰ ਅਪਣਾ ਹੀ ਨਹੀਂ। ਹਾਂ, ਸਾਡੀ ਦਿੱਖ ਜਿਹੜੀ ਹੈ ਉਹ ਬਹੁਤ ਵੱਧ ਗਈ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਬਾਹਰੀ ਤੌਰ ਤੇ ਅਸੀਂ ਬਹੁਤ ਤਰੱਕੀ ਕਰ ਲਈ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪੂਰੀ ਦੁਨੀਆ 'ਚ ਇਸ ਵੇਲੇ ਸਾਡਾ ਨਾਂ ਹੈ। ਭਲਿਓ ਅਸੀਂ ਆਪਣੇ ਅੰਦਰ ਵੀ ਕਦੇ ਝਾਤ ਮਾਰਿਆ ਕਰੀਏ। ਅਸੀਂ ਕਿਸੇ ਘਰ ਨੂੰ ਬਾਹਰੋਂ ਸਜਾਈ ਜਾਈਏ ਨਾ, ਬਾਹਰੋਂ ਸਜਾਈ ਜਾਈਏ ਤੇ ਘਰ ਦੇ ਵਿੱਚ ਕੱਖ ਵੀ ਨਾ ਹੋਵੇ, ਪੈਰ ਰੱਖਣ ਨੂੰ ਦਿਲ ਨਹੀਂ ਕਰਦਾ। ਕੋਈ ਘਰ ਦੇ ਵਿੱਚ ਪੈਰ ਰੱਖੇ, ਅਗਲਾ ਕਹੇ ਯਾਰ ਘਰ ਬਾਹਰੋਂ ਤੇ ਤੂੰ ਬੜਾ ਸਵਾਰਿਆ, ਬਾਹਰ ਤੇ ਤੂੰ ਸੋਨਾ ਚਾਂਦੀ ਲਾਇਆ ਹੋਇਆ, ਬਾਹਰ ਤੇ ਹੀਰੇ ਜਗਮਗਾ ਰਹੇ ਨੇ, ਬਾਹਰ ਤੇ ਮਾਰਕ ਤੇ ਫੁੱਲ ਬੂਟੇ ਨੇ, ਆ ਤੇਰੇ ਘਰ ਦੇ ਵਿੱਚ ਤੇ ਕੱਖ ਵੀ ਨਹੀਂ, ਇਹ ਤੇ ਖਾਲੀ ਪਿਆ, ਸਗੋਂ ਬਦਬੂ ਆ ਰਹੀ ਹੈ। ਸਿਆਣੇ ਲੋਕ ਘਰਾਂ ਨੂੰ ਬਾਹਰੋਂ ਘੱਟ ਸਵਾਰਦੇ ਨੇ, ਅੰਦਰੋਂ ਜ਼ਿਆਦਾ ਸਵਾਰਦੇ ਨੇ। ਭਾਂਡਾ ਅੰਦਰੋਂ ਸਵਾਰਿਆ ਜਾਂਦਾ ਹੈ, ਬਾਹਰੋਂ ਨਹੀਂ ਸਵਾਰਿਆ ਜਾਂਦਾ। ਸਿੱਖ ਨੇ ਆਪਣੇ ਜੀਵਨ ਨੂੰ ਅੰਦਰੋਂ ਸਵਾਰਨਾ ਹੈ, ਬਾਹਰੋਂ ਨਹੀਂ ਸਵਾਰਨਾ। ਮਹਾਰਾਜ ਕਹਿੰਦੇ ਹਨ, ਗੁਰਸਿੱਖ ਦੀ ਐਸੀ ਅਵਸਥਾ ਬਣ ਗਈ ਹੈ, ਇਹ ਤੇ ਜਿਸ ਵਿੱਚ ਵੀ ਦੇਖਦਾ ਰੱਬ ਨੂੰ ਦੇਖਦਾ ਹੈ, ਪਰਮਾਤਮਾ ਨੂੰ ਦੇਖਦਾ ਹੈ। ਗੁਰੂ ਅਰਜਨ ਸਾਹਿਬ ਦੇ ਬਚਨ ਤੁਸੀਂ ਮੁੱਖ ਵਾਕ ਦੇ ਰੂਪ ਵਿੱਚ ਕਈ ਵੇਰਾਂ ਸਰਵਣ ਕੀਤੇ ਹੋਣਗੇ। ਬਚਨ ਗੁਰੂ ਅਰਜਨ ਸਾਹਿਬ ਦਾ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਰੀ। ਇਸ ਸ਼ਬਦ ਦੇ ਆਖਰ ਤੇ ਜਾ ਕੇ ਪਦ ਆਉਂਦਾ, ਮਹਾਰਾਜ ਕਹਿੰਦੇ ਹਨ, ਭੈਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਮੈਂ ਸਾਰਿਆਂ ਵਿੱਚ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੇਖ ਲਿਆ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਿੱਖ ਦੀ ਤੇ ਅਵਸਥਾ ਇਹੋ ਜਿਹੀ ਚਾਹੀਦੀ ਹੈ। ਇਸ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ, ਮੈਂ ਉਸ ਮਹਾ ਮੰਗਲ ਰੂਪ ਪਰਮੇਸ਼ਰ ਵਾਹਿਗੁਰੂ ਨੂੰ ਦੇਖ ਲਿਆ, ਹੁਣ ਮੈਨੂੰ ਰੱਬ ਤੋਂ ਬਿਨਾ ਹੋਰ ਕੁਝ ਦਿਸਦਾ ਹੀ ਨਹੀਂ ਹੈ। ਕਹੁ ਨਾਨਕ ਮੂਰਛਾ ਗੁਰ ਲਾਹਿਓ, ਤਹ ਗਰਭ ਜੋਨ ਕਹਿ ਆਵੈ। ਮਹਾਰਾਜ ਕਹਿੰਦੇ ਨੇ, ਗੁਰੂ ਨੇ ਮੇਰੇ ਮਨ ਤੋਂ ਮੂਰਛਾ ਲਾ ਦਿੱਤਾ ਹੈ। ਮੂਰਛਾ ਦਾ ਅਰਥ ਹੁੰਦਾ ਜੰਗਾਲ। ਉਹ ਜਿਹੜਾ ਭਰਮ ਦਾ ਜੰਗਾਲ ਸੀ, ਈਰਖਾ ਦਾ ਜੰਗਾਲ ਸੀ, ਆਪਣੇ ਤੇ ਪਰਾਏ ਦਾ ਜਿਹੜਾ ਜੰਗਾਲ ਸੀ ਮੇਰੇ ਮਨ ਤੇ ਲੱਗਾ ਹੋਇਆ, ਉਹ ਲਾ ਦਿੱਤਾ ਹੈ। ਹੁਣ ਸਾਰੇ ਪਾਸੇ ਮੈਨੂੰ ਨਿਰੰਕਾਰ ਦਿਸਦਾ ਹੈ, ਸਾਰੇ ਪਾਸੇ ਪਰਮੇਸ਼ਰ ਵਾਹਿਗੁਰੂ ਦਿਸਦਾ ਹੈ। ਕਹਿੰਦੇ, ਤਹ ਗਰਭ ਜੌਨ ਕਹਿ ਆਇਓ, ਫਿਰ ਕੌਣ ਗਰਭ ਜੂਨੀ ਵਿੱਚ ਆਂਦਾ ਜੀ, ਫਿਰ ਕੌਣ ਜਨਮ ਮਰਨ ਦੇ ਗੇੜ ਵਿੱਚ ਪੈਂਦਾ। ਜਦੋਂ ਸਤਿਗੁਰੂ ਨੇ ਉਹ ਜੰਗਾਲ ਹੀ ਲਾ ਦਿੱਤਾ, ਉਹ ਮੋਹ ਮਾਇਆ ਦਾ ਜੰਗਾਲ ਲਾ ਦਿੱਤਾ, ਉਹ ਵਹਿਮਾਂ ਭਰਮਾਂ ਦਾ ਜੰਗਾਲ ਲਾ ਦਿੱਤਾ, ਜਦੋਂ ਸਤਿਗੁਰੂ ਨੇ ਸਾਨੂੰ ਅੰਦਰੋਂ ਪਵਿੱਤਰ ਕਰ ਦਿੱਤਾ, ਫਿਰ ਕੋਈ ਗਰਭ ਜੁਨੀਆਂ ਵਿੱਚ ਆਉਂਦਾ ਹੀ ਨਹੀਂ, ਫਿਰ ਕੋਈ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੀ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਹਨੂੰ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਭਾਈ ਮੈਂ ਮੂਰਖ ਦੀ ਕੀ ਗੱਲ ਕਰਨੀ ਹੈ। ਜਿਸ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਿਆ,
ਜਿਹੜਾ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਿਆ ਉਹ ਮੁੜ ਗਰਭ ਜੁਨੀਆਂ ਦੇ ਵਿੱਚ ਆਇਆ ਹੀ ਨਹੀਂ, ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਦੀ ਵਿਚਾਰ ਆਪ ਗੁਰੂ ਕੀ ਸੰਗਤ ਬਹੁਤ ਪਿਆਰ ਬੜੇ ਟਿਕਾਓ ਦੇ ਨਾਲ ਸਰਵਣ ਕੀਤੀ ਹੈ। ਕਥਾ ਕਰਦਿਆਂ ਅਨੰਤ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰ ਦੇਣਾ। ਸਤਿਗੁਰੂ ਸਮੱਤੀ ਬਖਸ਼ਿਸ਼ ਕਰਨ। ਗੁਰੂ ਕੀ ਸਾਧ ਸੰਗਤ ਜੀ, ਸ਼ਾਮ ਨੂੰ ਇਸੇ ਤਰ੍ਹਾਂ 6:30 ਵਜੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ। ਆਪ ਜੀ ਨੇ ਸਮੇਂ ਸਿਰ ਆਣ ਕੇ ਦਰਸ਼ਨ ਦੇਣੇ ਔਰ ਇਤਿਹਾਸ ਦੀ ਕਥਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਕਥਾ ਸਰਵਣ ਕਰਨੀ ਹੈ। ਸੋ ਜਿੱਥੇ ਤੁਸੀਂ ਪਿਆਰ ਸ਼ਰਧਾ ਨਾਲ ਕਥਾ ਸਰਵਣ ਕੀਤੀ, ਕਥਾ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਵੀ ਅਰਦਾਸ ਕਰਵਾਈ। ਸਤਿਗੁਰੂ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਸਰੀਰਕ ਤੰਦਰੁਸਤੀ, ਗੁਰਸਿੱਖੀ ਜੀਵਨ ਮਹਾਰਾਜ ਸਾਰਿਆਂ ਨੂੰ ਬਖਸ਼ਿਸ਼ ਕਰਨ। ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।